ਇਹ ਡਰਾਮਾ ਜਿਹਾ ਸਰਕਾਰਾਂ ਨੇ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜਿੱਤ ਕੇ ਆਓਗੇ ਤੇ ਤੁਹਾਨੂੰ ਆਹ ਦੇਵਾਂਗੇ। ਇਹ ਕੋਈ ਗੱਲ ਹੋਈ ਭਲਾ? ਹਾਕੀ ਦੇ ਨਾਲ ਮਤਰੇਈ ਮਾਂ ਵਾਲਾ ਜੋ ਸਲੂਕ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਸਾਡੀਆਂ ਪਿਛਲੀਆਂ ਸਰਕਾਰਾਂ ਨੇ ਔਰ ਕੁਝ ਬੇਅਸੂਲੀਆਂ ਨੇ ਸਾਨੂੰ ਇਹਨਾਂ ਦਹਲੀਜ਼ਾਂ ਤੇ ਲਿਆ ਕੇ ਖੜਿਆਂ ਕਰ ਦਿੱਤਾ ਕਿ ਸਿਰਫ ਉਹੀ ਖੇਡ ਨੂੰ ਅੱਗੇ ਲਿਆਂਦਾ ਜਾਵੇਗਾ ਜਿੱਥੇ ਉਹਨਾਂ ਨੂੰ ਸਿਆਸਤ ਚਮਕਾਉਣ ਦਾ ਮੌਕਾ ਮਿਲੇਗਾ। ਇਹ ਪੁਰਾਣੇ ਓਲੰਪੀਅਨ ਜਿਹੜੇ ਸੀ ਕਈ ਅਜੇ ਵੀ ਇਸ ਗੱਲ ਤੇ ਰਾਜ਼ੀ ਨਹੀਂ ਹੁੰਦੇ ਕਿ ਵਿਦੇਸ਼ੀ ਕੋਚਾਂ ਨੂੰ ਸਾਨੂੰ ਰੱਖਣ ਦੀ ਜ਼ਰੂਰਤ ਹੈ। ਬੀਬੀ ਹਰਸਿਮਰਤ ਕੌਰ ਬਾਦਲ ਤੇ ਰਵਨੀਤ ਬਿੱਟੂ ਨੇ ਜੋ ਕੀਤਾ ਮੈਂ ਸਮਝਦਾ ਕਿ ਸਿਰਫ ਸ਼ਰਮਸਾਰ ਦੋਨਾਂ ਨੂੰ ਹੋਣਾ ਚਾਹੀਦਾ। ਇਸ ਤੋਂ ਬਾਅਦ ਮੈਂ ਕੁਝ ਨਹੀਂ ਆਖ ਸਕਦਾ। ਤੱਕ ਪੰਜਾਬ ਸਰਕਾਰ ਨੇ ਸਿਰਫ ਗਿਣਤੀ ਮਿਣਤੀ ਕੀਤੀ ਜਾਪਦੀ ਹੈ, ਅਜੇ ਕੋਈ ਮੁਆਵਜ਼ਾ ਕਹਿੰਦੇ ਮਿਲਿਆ ਨਹੀਂ ਤੇ ਇਸ ਬਾਬਤ ਕਈ ਜਗ੍ਹਾ ਤੇ ਮੁਜ਼ਾਹਰੇ ਹੋ ਰਹੇ ਨੇ, ਪਰ ਸਰਕਾਰਾਂ ਅਜੇ ਸੁੱਤੀਆਂ ਪਈਆਂ ਨੇ। ਪਰ ਸਰਕਾਰ ਅਜੇ ਜਿਹੜੀ ਹੈ ਉਹ ਕਿਸਾਨਾਂ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਪੀਸਣ ਲਈ ਜਿਹੜੇ ਕੰਮ ਕਰ ਰਹੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੀ ਫੈਸਲਾ ਨਹੀਂ ਜਿਹੜਾ ਉਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਕਿਸ ਗੱਲ ਦਾ ਰੌਲਾ ਪਾਇਆ ਸੀ ਕਿ ਅਸੀਂ ਸੁੰਦਰ ਗੋਰੇ ਰੰਗ ਵਾਲੀਆਂ ਕਸ਼ਮੀਰਾਂ ਨਾਲ ਸਾਡੇ ਵਿਆਹ ਹੋਣਗੇ ਤੇ ਅਸੀਂ ਉੱਥੇ ਪ੍ਰਾਪਰਟੀ ਖਰੀਦਾਂਗੇ, ਪਲਾਟ ਖਰੀਦਾਂਗੇ ਸ਼੍ਰੀਨਗਰ ਵਿੱਚ। ਕਿੰਨੇ ਕੁ ਦੇ ਵਿਆਹ ਹੋਏ ਤੇ ਕਿੰਨੇ ਕੁ ਪਲਾਟ ਖਰੀਦ ਲਏ। 1970 ਖਾਰਜ ਕਰਕੇ ਇਸ ਤਰ੍ਹਾਂ ਜਸ਼ਨ ਮਨਾਏ ਗਏ ਇੰਡੀਆ ਵਿੱਚ ਜਿਵੇਂ ਪਤਾ ਨਹੀਂ ਕਿਹੜੀ ਜੰਗ ਜਿੱਤ ਲਈ। ਅਜੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਤੇ ਖਲੋਣ ਲਈ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਜੋ ਅਜੇ ਕੋਲ ਉਹਨਾਂ ਕੋਲੋਂ ਹੈ ਨਹੀਂ। ਪ੍ਰਸ਼ਾਂਤ ਕਿਸ਼ੋਰ ਨੇ ਇੱਕ ਤਾਂ ਕਹਿ ਦਿੱਤਾ ਕਿ ਚੋਣ ਰਣਨੀਤੀਕਾਰ ਵਜੋਂ ਮੇਰਾ ਹੁਣ ਕੈਰੀਅਰ ਖਤਮ ਹੈ, ਮੈਂ ਹੁਣ ਇਹ ਕੰਮ ਦੁਬਾਰਾ ਨਹੀਂ ਕਰਨਾ। ਫਿਰ ਹੋਰ ਕਿਹੜਾ ਕੰਮ ਕਰਨਾ ਸੀ? ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ 41 ਸਾਲਾਂ ਬਾਅਦ ਭਾਰਤੀ ਪੁਰਸ਼ ਹਾਕੀ ਦੇ ਹੱਥ ਲੱਗਾ ਮੈਡਲ। ਕਿਸਾਨ ਅੰਦੋਲਨ ਕਿੱਧਰ ਨੂੰ ਜਾ ਰਿਹਾ ਹੈ? ਪੈਗਸਸ ਦੇ ਮਾਮਲੇ ਦੇ ਵਿੱਚ ਅੱਗੇ ਕੀ ਹੋ ਰਿਹਾ ਹੈ? ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ, ਕਿਉਂਕਿ ਤੁਸੀਂ ਹਾਕੀ ਦੇ ਸ਼ੌਕੀਨ ਹੋ ਤੇ ਮੈਨੂੰ ਲੱਗਦਾ ਕਿ ਪੂਰਾ ਮੈਚ ਤੁਸੀਂ ਦਿਲ ਲਾ ਕੇ ਵੇਖਿਆ ਹੋਣਾ। ਤੇ ਭਾਰਤੀ ਟੀਮ ਦਾ ਪ੍ਰਦਰਸ਼ਨ ਤੇ ਬ੍ਰੌਂਜ਼ ਮੈਡਲ ਜਿੱਤਣਾ ਕਿੰਨਾ ਕੁ ਅਹਿਮ? ਇਸ ਤਰ੍ਹਾਂ ਹੈ ਜੀ ਕਿ ਸਾਰੇ ਦੇਖੇ ਨੇ ਮੈਚ, ਬੜੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ। ਸਿਰਫ ਉਹੋ ਹੀ ਮੈਚ ਛੱਡੇ ਪਿਛਲੇ ਸਾਲਾਂ ਦੇ ਵਿੱਚ ਦੇਖਣ ਤੋਂ ਜਿਹੜੇ ਸਾਡੇ ਮੀਡੀਏ ਨੇ ਤੇ ਸਰਕਾਰਾਂ ਨੇ ਸਾਨੂੰ ਦਿਖਾਏ ਹੀ ਨਹੀਂ ਜੀ। ਹੁਣ ਵੀ ਵੈਸੇ ਸਰਕਾਰੀ ਅਦਾਰਾ ਤਾਂ ਕੋਈ ਇਦਾਂ ਦਾ ਦਿਖਾ ਨਹੀਂ ਰਿਹਾ ਮੈਨੂੰ ਲੱਗਦਾ। ਚਲੋ ਹੁਣ ਲੋੜ ਨਹੀਂ ਪਈ, ਹੋਰ ਬੜੇ ਸੋਰਸਿਸ ਨੇ ਜੀ, ਤੁਸੀਂ ਦੇਖ ਸਕਦੇ ਹੋ। ਇਹ ਯੋਗਾ ਆ ਗਿਆ ਅਗਲਾ ਜੀ, ਜਿਸ ਦੇ ਵਿੱਚ ਇਹ ਜਿਹੜਾ ਫ੍ਰੀ ਸਾਨੂੰ ਇੱਕ ਫ੍ਰੀ ਤਾਂ ਨਹੀਂ ਸਸਤਾ ਜੋ ਇੱਕ ਡਾਟਾ ਜਿਹੜਾ ਮਿਲਦਾ ਸੀ ਉਸ ਦਾ ਫਾਇਦਾ ਹੋਇਆ ਤੇ ਅਸੀਂ ਦੇਖਣ ਲੱਗ ਪਏ, ਸਾਡੇ ਕੋਲ ਅਪਡੇਟ ਆਉਣ ਲੱਗ ਪਈ ਜੀ। ਪਰ ਸੱਚਾਈ ਇਹ ਹੈ ਕਿ ਇਹ ਬਹੁਤ ਜ਼ਿਆਦਾ ਅਹਿਮ ਹੈ ਇਹ ਜਿਹੜਾ ਮੈਡਲ ਜਿੱਤਣਾ ਜੀ। ਰੰਗ ਨੂੰ ਮੈਂ ਨਹੀਂ ਦੇਖਦਾ, ਪੋਡੀਅਮ ਤੇ ਖੜੇ ਹੋਣ ਦਾ ਮਾਣ ਹਾਸਲ ਕਰਨਾ ਜੀ ਭਾਵੇਂ ਤੀਸਰੇ ਨੰਬਰ ਤੇ ਹੀ ਹੈ, ਇਹ ਬਹੁਤ ਵੱਡਾ ਮਾਣ ਹੈ। ਜਿਹੜੀਆਂ ਦੋ ਟੀਮਾਂ ਇਸ ਵੇਲੇ ਫਾਈਨਲ ਵਿੱਚ ਭਿੜ ਰਹੀਆਂ ਨੇ ਜੀ, ਉਹ ਦੋਵੇਂ ਟੀਮਾਂ ਕੋਲੋਂ ਹੀ ਸਿਰਫ ਭਾਰਤ ਹਾਰਿਆ, ਬਾਕੀ ਸਾਰਿਆਂ ਤੋਂ ਜਿੱਤਿਆ ਜੀ। ਇਸ ਦਾ ਮਤਲਬ ਬਿਲਕੁਲ ਸਾਫ਼ ਹੈ ਕਿ ਜਿਹੜੀ ਟੀਮ ਨੂੰ ਤੀਸਰੇ ਨੰਬਰ ਤੇ ਹੋਣਾ ਚਾਹੀਦਾ ਸੀ ਉਹ ਹੀ ਟੀਮ ਤੀਸਰੇ ਤੇ ਹੈ ਜੀ। ਥੋੜਾ ਜਿਹਾ ਫਰਕ ਨਾਲ ਅਸੀਂ ਦੂਸਰੇ ਜਾਂ ਪਹਿਲੇ ਤੇ ਵੀ ਹੋ ਸਕਦੇ ਸੀ ਜੀ। ਇਹ ਕੋਈ ਬਹੁਤਾ ਜ਼ਿਆਦਾ ਅੰਤਰ ਨਹੀਂ। ਤੇ ਭਾਰਤੀ ਖਿਡਾਰੀਆਂ ਨੇ ਜਿਹੜੀ ਖੇਡ ਦਿਖਾਈ ਹੈ ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ ਜੀ। ਕਈ ਵਾਰੀ ਕੁਝ ਗੱਲਾਂ ਤੁਹਾਡੇ ਅਗੇਂਸਟ ਜਿਹੜੀਆਂ ਆ ਜਾਂਦੀਆਂ ਨੇ ਕਿ ਨਵੇਂ ਰੂਲ ਇਹੋ ਜਿਹੇ ਹੋ ਜਾਂਦੇ ਨੇ ਖਿਡਾਰੀਆਂ ਨੂੰ ਜਿਸ ਤੋਂ ਜਾਣੂ ਨਹੀਂ ਹੁੰਦੇ ਜਾਂ ਨਵੇਂ ਆਏ ਹੁੰਦੇ ਨੇ, ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ ਹੁੰਦਾ, ਉੱਥੇ ਮਾਰ ਪੈ ਜਾਂਦੀ ਹੈ। ਕਈ ਵਾਰੀ ਜਿੱਥੇ ਖੇਡਣ ਗਏ ਹੋਈਏ ਉੱਥੇ ਦਾ ਮੌਸਮ ਅਨੁਕੂਲ ਨਹੀਂ ਹੁੰਦਾ। ਟੋਕੀਓ ਦਾ ਮੌਸਮ ਵਾਹਵਾ ਅਨੁਕੂਲ ਇਹਨਾਂ ਨੂੰ ਰਾਸ ਆਇਆ ਤੇ ਟੋਕੀਓ ਜੇ ਪਹਿਲਾਂ ਜਿਹੜੀਆਂ ਓਲੰਪਿਕ ਹੋਈਆਂ ਸੀ ਉਹਨਾਂ ਵਿੱਚ ਸੋਨੇ ਦਾ ਮੈਡਲ ਜਿੱਤਿਆ ਸੀ ਤੇ ਇਹ ਘੱਟ ਪ੍ਰਾਪਤੀ ਬਿਲਕੁਲ ਵੀ ਨਹੀਂ ਹੈ। ਉਹ ਕਈ ਕਾਰਨਾਂ ਕਰਕੇ ਆ। ਹਾਕੀ ਦੇ ਨਾਲ ਮਤਰੇਈ ਮਾਂ ਵਾਲਾ ਜੋ ਸਲੂਕ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਖਾਸ ਤੌਰ ਤੇ ਸਾਡੀ ਉਮਰ ਵਰਗ ਦੇ ਲੋਕਾਂ ਤੋਂ ਤਾਂ ਬਿਲਕੁਲ ਛੁਪਿਆ ਨਹੀਂ। ਲੁਕਿਆ ਛਿਪਿਆ ਇਹ ਅੱਜ ਦੇ ਨੌਜਵਾਨਾਂ ਤੋਂ ਜ਼ਰੂਰ ਹੈ। ਅੱਜ ਤੋਂ ਕਈ ਸਾਲ ਪਹਿਲਾਂ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਕ੍ਰਿਕਟ ਦਾ ਹੁੰਦਾ ਇੰਗਲੈਂਡ ਦੇ ਵਿੱਚ, ਚੈਂਪੀਅਨ ਟਰਾਫੀ ਦਾ ਫਾਈਨਲ ਹੈ ਤੇ ਭਾਰਤ ਉਸ ਵਿੱਚ ਹਾਰ ਜਾਂਦਾ ਹੈ
ਤੇ ਮਾਤਮ ਮਨਾਇਆ ਗਿਆ ਪੂਰੇ ਭਾਰਤ ਵਿੱਚ। ਤੇ ਪਾਕਿਸਤਾਨ ਜਿਨ੍ਹਾਂ ਨੂੰ ਲੀਗ ਮੈਚ ਦੇ ਵਿੱਚ ਭਾਰਤ ਨੇ ਹਰਾਇਆ ਹੋਇਆ ਸੀ, ਜੀ ਉੱਥੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਕਿ ਪਤਾ ਨਹੀਂ ਸੀ ਕੀ ਜਿੱਤ ਲਿਆ ਹੋਵੇ। ਉਸੇ ਹੀ ਦਿਨ ਉਸੇ ਹੀ ਵੇਲੇ ਹਾਕੀ ਵਿੱਚ ਵੀ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਸੀ। ਮੈਂ ਗਲਤ ਨਾ ਹੋਵਾਂ ਤੇ ਸ਼ਾਇਦ ਭਾਰਤ ਨੇ ਉਹਨਾਂ ਸਿਰ 6 ਜਾਂ 7 ਗੋਲ ਕੀਤੇ ਸੀ, ਜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਪਰ ਉਹਦਾ ਕੋਈ ਜਸ਼ਨ ਨਹੀਂ ਮਨਾਇਆ ਗਿਆ। ਜਸ਼ਨ ਅਖਬਾਰਾਂ ਵਿੱਚ, ਕਈ ਅਖਬਾਰਾਂ ਦੇ ਵਿੱਚ ਖਬਰ ਤੱਕ ਨਹੀਂ ਲੱਗੀ, ਕਿਸੇ ਅਖਬਾਰ ਵਿੱਚ ਖਬਰ ਲੱਗੀ। ਜੀ ਇਹ ਸਿਰਫ ਪੰਜਾਬ ਦੀਆਂ ਅਖਬਾਰਾਂ ਜ਼ੋਰ ਮਾਰਦੀਆਂ ਰਹੀਆਂ। ਜੀ ਫਿਰ ਇੱਕ ਸਮਾਂ ਆ ਗਿਆ ਜਦੋਂ ਨਵੀਂ ਪੀੜ੍ਹੀ ਬੇਖਬਰ ਹੋ ਗਈ ਇਹਨਾਂ ਹਾਕੀ ਖਿਡਾਰੀਆਂ ਤੋਂ, ਤੇ ਜੋ ਪੁਰਾਣੇ ਜਿੱਤੇ ਹੋਏ ਮੈਡਲ ਸੀ ਉਹਨਾਂ ਤੇ ਧੂੜ ਪੈ ਗਈ। ਜੀ ਔਰ ਜਿੱਥੇ ਜਿਹੜੇ ਅਲਮਾਰੀਆਂ ਦੇ ਵਿੱਚ ਰੱਖੇ ਹੋਏ ਸਨ, ਉਹ ਕੱਢ ਕੇ ਵੀ ਜਿਹੜੇ ਰੱਖੇ ਹੋਏ ਸੀ ਉਹਨਾਂ 'ਚੋਂ ਖਿਡਾਰੀ ਵੀ ਸੁਰਗਵਾਸ ਹੋ ਗਏ। ਕਈ ਜੀ ਦੁਨੀਆ ਨੂੰ ਅਲਵਿਦਾ ਆਖ ਗਏ ਤੇ ਸਾਡੇ ਕੋਲ ਮੈਡਲ ਨਾ ਆਇਆ, ਬੋੜਿਆ ਨਾ। ਇਹ ਡਰਾਮਾ ਜਿਹਾ ਸਰਕਾਰਾਂ ਨੇ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜਿੱਤ ਕੇ ਆਓਗੇ ਤੇ ਤੁਹਾਨੂੰ ਆਹ ਦੇਵਾਂਗੇ। ਜੀ ਇਹ ਕੋਈ ਗੱਲ ਹੋਈ ਭਲਾ? ਜਿੱਤ ਕੇ ਆਉਣ ਤੇ ਸਾਰੇ ਦੇਣ ਨੂੰ ਤਿਆਰ ਨੇ। ਭਾਰਤੀ ਹਾਕੀ ਟੀਮ ਨੂੰ ਕੋਈ ਵੱਡਾ ਸਪਾਂਸਰ ਵੀ ਅੱਜ ਹੱਥ ਨਹੀਂ ਸੀ ਪਾਉਂਦਾ। ਜੀ ਤੇ ਮੈਂ ਅਜੇ ਵੀ ਰਿਜ਼ਰਵ ਰੱਖਦਾ ਆਪਣੇ ਉਹ ਜਿਹੜੇ ਸ਼ਬਦ ਆ ਜੀ ਕਿ ਅਜੇ ਵੀ ਮੈਨੂੰ ਉਮੀਦ ਨਹੀਂ ਕਿ ਵੱਡੇ ਕਾਰਪੋਰੇਟ ਘਰਾਣੇ ਜੋ ਸਿਰਫ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨੀਆਂ ਜਾਣਦੇ ਨੇ, ਜੀ ਉਹ ਇਸ ਨੂੰ ਅਪਣਾਉਣਗੇ। ਜੀ ਕਿਸੇ ਕੋ ਮੰਗ ਕੇ ਕੋ ਖੈਰ 'ਚ ਤਾਂ ਲੈ ਕੇ ਨਹੀਂ ਆਏ, ਜਿੱਤ ਕੇ ਆਏ ਨੇ ਤੇ ਅਗਾਂਹ ਵੀ ਜਿੱਤ ਕੇ ਆਉਣਾ। ਜੀ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਜਿਹੜੀ ਆ, ਕੀ ਗੱਲ ਜੋ ਸਰਕਾਰਾਂ ਤੇ ਪਾਰਟੀਆਂ ਇੰਨੇ ਵੱਡੇ ਚੰਦੇ ਲੈਂਦੀਆਂ ਨੇ ਕਾਰਪੋਰੇਟ ਘਰਾਣਿਆਂ ਤੋਂ, ਜੀ ਤੇ ਉਹਨਾਂ ਦੀ ਗਿੱਚੀ ਨੱਪ ਕੇ ਉਹਨਾਂ ਤੋਂ ਕਈ ਕੰਮ ਕਰਵਾਉਣ ਦੇ ਵਿੱਚ ਸਫਲ ਹੋ ਜਾਂਦੀਆਂ ਨੇ, ਇੰਨਾ ਕੰਮ ਨਹੀਂ ਹੋ ਸਕਦਾ। ਨੀਅਤ ਚਾਹੀਦੀ ਹੈ ਨਾ। ਨੀਅਤ ਨਹੀਂ ਸੀ ਜੀ ਅਸਲ ਗੱਲ। ਇਹ ਸੀ ਨੀਅਤ ਕਿੱਥੋਂ ਆਉਣੀ ਹੈ? ਨੀਅਤ ਤੇ ਇਹ ਰਾਤੋਂ ਰਾਤ ਨਹੀਂ ਆਉਂਦੀ। ਜੀ ਪਰ ਹੁਣ ਸ਼ਾਇਦ ਜਿੱਤ ਕੇ ਉਹਨਾਂ ਨੇ ਇੱਕ ਵਾਰੀ ਦਿਖਾ ਦਿੱਤਾ ਹੈ ਖਿਡਾਰੀਆਂ ਨੇ ਜੀ ਆਪਣੇ ਦਮਖਮ ਦੇ ਆਧਾਰ ਤੇ। ਵਿਦੇਸ਼ੀ ਕੋਚ ਜਿਸ ਨੇ ਕੋਟਾ ਸਿਸਟਮ ਨੂੰ ਵੀ ਥੋੜ੍ਹਾ ਜਿਹਾ ਪਿੱਛੇ ਸੁੱਟਿਆ, ਜੀ ਤੇ ਸਿਫਾਰਸ਼ਵਾਦ ਜੋ ਸਿਫਾਰਸ਼ੀ ਮਾਲ ਹੁੰਦਾ ਸੀ ਉਹਨੂੰ ਵੀ ਥੋੜ੍ਹਾ ਜਿਹਾ ਪਿੱਛੇ ਹੋ ਗਏ। ਜੀ ਇਹ ਪੁਰਾਣੇ ਓਲੰਪੀਅਨ ਜਿਹੜੇ ਸੀ, ਕਈ ਅਜੇ ਵੀ ਇਸ ਗੱਲ ਤੇ ਰਾਜ਼ੀ ਨਹੀਂ ਹੁੰਦੇ ਕਿ ਵਿਦੇਸ਼ੀ ਕੋਚਾਂ ਨੂੰ ਸਾਨੂੰ ਰੱਖਣ ਦੀ ਜ਼ਰੂਰਤ ਹੈ। ਜੀ ਉਹ ਜ਼ਰੂਰਤ ਤਕਨੀਕੀ ਕਾਰਨਾਂ ਕਰਕੇ ਨਾ ਹੋਵੇ ਜੀ ਕਿ ਖੇਡ ਮੈਦਾਨ ਤੇ ਕਿਹੋ ਜਿਹੀਆਂ ਤਕਨੀਕਾਂ ਉਹ ਖਿਡਾਰੀਆਂ ਨੂੰ ਸਿਖਾ ਸਕਦੇ ਨੇ, ਉਹ ਨਾ ਵੀ ਹੋਵੇ। ਹਾਲਾਂਕਿ ਉਹ ਵੀ ਬਹਿਸ ਵਾਲਾ ਵਿਸ਼ਾ ਹੈ। ਜੀ ਪਰ ਇਸ ਗੱਲ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿ ਵਿਦੇਸ਼ੀਆਂ ਨੂੰ ਲਿਆਉਣ ਨਾਲ ਜਦੋਂ ਉਹਨਾਂ ਨੇ ਕਿਸੇ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਜਿਹੜੀ ਗੱਲ ਹੈ, ਉਹ ਜ਼ਿਆਦਾ ਨਿਖੜ ਕੇ ਸਾਹਮਣੇ ਆਉਂਦੀ ਹੈ। ਜੀ ਪਾਰਦਰਸ਼ਤਾ, ਟਰਾਂਸਪੇਰੈਂਸੀ ਬਣ ਜਾਂਦੀ ਹੈ, ਜੀ ਜਿਸ ਨਾਲ ਸਾਹਮਣੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕੌਣ ਚੰਗਾ ਤੇ ਕੌਣ ਮਾੜਾ। ਜੀ ਇੱਕ ਸਮਾਂ ਆ ਗਿਆ ਸੀ ਜਦੋਂ ਭਾਰਤੀ ਹਾਕੀ ਬਹੁਤ ਨਿਗਾਰ ਵੱਲ ਜਾਣ ਲੱਗ ਪਈ ਸੀ, ਤੇ ਸਰਦਾਰ ਪ੍ਰਗਟ ਸਿੰਘ ਜੋ ਸਾਡੇ MLA ਵੀ ਨੇ ਤੇ ਸਾਬਕਾ ਓਲੰਪੀਅਨ ਕਪਤਾਨ ਨੇ ਭਾਰਤੀ ਹਾਕੀ ਟੀਮ ਦੇ, ਜੀ ਔਰ ਜਿਹੜੇ ਵਿਸ਼ਵ ਦੇ ਟੌਪ ਦੇ ਫੁੱਲ ਬੈਕ ਹੋਇਆ ਕਰਦੇ ਸੀ, ਉਹਨਾਂ ਵਿੱਚ ਉਹਨਾਂ ਦਾ ਸ਼ੁਮਾਰ ਹੁੰਦਾ ਸੀ। ਫਲੋਰਿਸ ਬੋਬਲੈਂਡਰ, ਕਾਜ਼ੀ ਮੋਹਿਬ ਉਹਨਾਂ ਦੇ ਨਾਲ ਉਹਨਾਂ ਦੀ ਸ਼੍ਰੇਣੀ ਦੇ ਵਿੱਚੋਂ ਖਲੋਂਦੇ ਸਨ, ਜੀ ਉਹਨਾਂ ਤੋਂ ਬਿਹਤਰ ਵੀ ਮੰਨੇ ਜਾਂਦੇ ਸਨ। ਤੇ ਉਹਨਾਂ ਨੇ ਇੱਕ ਵਾਰੀ ਆਖ ਦਿੱਤਾ ਸੀ ਭਾਰਤੀ ਹਾਕੀ ਫੈਡਰੇਸ਼ਨ ਨੂੰ ਕਿ ਜੇ ਤੁਸੀਂ ਬਹੁਤਾ ਹੀ ਚਾਹੁੰਦੇ ਹੋ ਤੇ ਪੰਜਾਬ ਦਾ ਮੈਚ ਪੂਰੇ ਭਾਰਤ ਨਾਲ ਕਰਵਾ ਕੇ ਦੇਖ ਲਓ, ਜਿਹੜਾ ਜਿੱਤ ਗਿਆ ਉਹ ਉਸਨੂੰ ਏਸ਼ੀਅਨ ਗੇਮਾਂ ਜਾਂ ਓਲੰਪਿਕ 'ਚ ਭੇਜਦਾ। ਜੀ ਉਸ ਗੱਲ ਤੋਂ ਬਾਅਦ ਕੋਈ ਬੋਲਿਆ ਨਹੀਂ ਸੀ ਕੋਈ ਲੰਬਾ ਸਮਾਂ, ਇਸ ਗੱਲ ਦਾ ਜਵਾਬ ਨਹੀਂ ਸੀ। ਮੈਂ ਅੱਜ ਇੱਥੇ ਇਹ ਵੀ ਨਹੀਂ ਕਹਿ ਰਿਹਾ ਕਿ ਪੰਜਾਬ ਨੇ ਜਿਤਵਾਇਆ। ਜੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਬਹੁਤ ਵੱਡੀ ਹੈ, ਪੰਜਾਬ ਨੂੰ ਮਾਣ ਕਰਨਾ ਬਣਦਾ ਹੈ। ਜੀ ਤੇ ਹੋਰਨਾਂ ਖੇਡਾਂ ਵਿੱਚ ਵੀ ਜਿੱਥੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਵਧੇਰੇ ਹੋ ਸਕਦੀ ਹੈ, ਸਾਡੀਆਂ ਪਿਛਲੀਆਂ ਸਰਕਾਰਾਂ ਨੇ ਔਰ ਕੁਝ ਬੇਅਸੂਲੀਆਂ ਨੇ ਸਾਨੂੰ ਇਹਨਾਂ ਦਹਲੀਜ਼ਾਂ ਤੇ ਲਿਆ ਕੇ ਖੜਿਆਂ ਕਰ ਦਿੱਤਾ ਕਿ ਸਿਰਫ ਉਹੀ ਖੇਡ ਨੂੰ ਅੱਗੇ ਲਿਆਂਦਾ ਜਾਵੇਗਾ ਜਿੱਥੇ ਉਹਨਾਂ ਨੂੰ ਸਿਆਸਤ ਚਮਕਾਉਣ ਦਾ ਮੌਕਾ ਮਿਲੇਗਾ। ਜੀ ਸੋ ਇਹ ਬਹੁਤ ਵੱਡੀ ਜਿੱਤ ਹੈ। ਸਾਬਤ ਕੀਤਾ ਆਪਣੇ ਆਪ ਨੂੰ। ਫੈਸਿਲਿਟੀਜ਼ ਉਹਨਾਂ ਨੂੰ ਮਿਲੀਆਂ ਵੀ ਹੋਣਗੀਆਂ, ਪਰ ਓਨੀਆਂ ਨਹੀਂ ਜਿੰਨੀਆਂ ਵਿਜੇਤਾਵਾਂ ਨੂੰ ਮਿਲਦੀਆਂ ਹੁੰਦੀਆਂ ਨੇ। ਜੀ ਇਸ ਟੀਮ ਨੇ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ, ਇਹ ਓਲੰਪਿਕ 'ਚੋਂ ਬ੍ਰੌਂਜ਼ ਨਹੀਂ ਆਇਆ। ਜੀ ਓਲੰਪਿਕ ਕੁਆਲੀਫਾਈਂਗ ਰਾਊਂਡ ਦੇ ਵਿੱਚ ਖੇਡਣ ਲਈ ਧੂੰਆਂ ਨਿਕਲ ਜਾਂਦਾ ਹੈ ਜੀ ਤੇ ਪਾਕਿਸਤਾਨ ਦੀ ਟੀਮ ਕੁਆਲੀਫਾਈ ਨਹੀਂ ਕਰ ਸਕੀ। ਚੰਗੀ ਟੀਮ ਹੈ, ਹੋਰ ਵੀ ਕਈ ਬਹੁਤ ਸੋਹਣੀਆਂ ਟੀਮਾਂ ਨੇ ਜਿਹੜੀਆਂ ਕੁਆਲੀਫਾਈ ਨਹੀਂ ਕਰ ਸਕੀਆਂ। ਜੀ ਤੇ ਇੱਥੇ ਸੋਚਣਾ ਬਣਦਾ ਹੈ ਕਿ ਓਲੰਪਿਕ ਦੇ ਵਿੱਚ ਕੁਆਲੀਫਾਈ ਕਰਨਾ ਆਪਣੇ ਆਪ ਦੇ ਵਿੱਚ ਮਹਾਨ ਗੱਲ ਹੈ। ਔਰ ਸੈਮੀਫਾਈਨਲ ਹਾਰ ਗਏ ਲੇਕਿਨ ਬ੍ਰੌਂਜ਼ ਮੈਡਲ ਜਿੱਤ ਲਿਆ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਇਸ ਨੂੰ ਆਉਣ ਵਾਲੇ ਕਈ ਵਰ੍ਹਿਆਂ ਤੱਕ, ਦਹਾਕਿਆਂ ਤੱਕ ਯਾਦ ਰੱਖਿਆ ਜਾਵੇਗਾ। ਪਰ ਇਹ ਬੇਨਤੀ ਹੈ, ਰਿਕੁਐਸਟ ਹੈ ਸਾਰਿਆਂ ਨੂੰ ਕਿ ਨੌਜਵਾਨਾਂ ਨੂੰ ਵੀ ਇਸ ਖੇਡ ਨੂੰ ਫੋਲੋ ਕਰੋ, ਦਬਾਅ ਬਣਾਓ। ਤੁਸੀਂ ਜਿੰਨਾ ਇਸ ਨੂੰ ਫੋਲੋ ਕਰੋਗੇ, ਖਿਡਾਰੀਆਂ ਨੂੰ ਤੇ ਟੀਮ ਨੂੰ, ਉਨੀ ਇਸ ਖੇਡ ਦੀ ਅਹਿਮੀਅਤ ਵਧੇਗੀ
ਤੇ ਕੋਰਪੋਰੇਟ ਘਰਾਣੇ ਨੂੰ ਵੀ ਪਤਾ ਲੱਗੇਗਾ ਕਿ ਸਾਡੇ ਇੱਧਰ ਵੀ ਗਾਹਕ ਹਨ, ਉਹਨਾਂ ਨੇ ਫੇਰ ਹੀ ਆਉਣਾ ਇਸ ਪਾਸੇ। ਜੀ ਜੀ ਬਿਲਕੁਲ, ਉਹਨਾਂ ਨੂੰ ਤਾਂ ਗਾਹਕ ਹੀ ਚਾਹੀਦੇ, ਕੰਮ ਕੋਈ ਵੀ ਹੋਵੇ, ਹੈ ਨਾ ਜੀ। ਤੇ ਕੁਲਦੀਪ ਜੀ, ਭਵਿੱਖ ਦੀ ਹਾਕੀ ਦੀ ਕਲਪਨਾ ਤੁਹਾਡੇ ਕੋਲੋਂ ਜਾਣਾਂਗੇ, ਪਰ ਉਸ ਤੋਂ ਪਹਿਲਾਂ ਮੇਰੇ ਮਨ 'ਚ ਇੱਕ ਸਵਾਲ ਹੈ ਬਈ ਤੁਸੀਂ ਪਰਸਨਲੀ ਤੌਰ ਤੇ ਕਦੀ ਹਾਕੀ ਖੇਡੀ ਹੈ ਖੁਦ? ਨਹੀਂ ਜੀ, ਸਿਰਫ ਦੇਖੀ ਹੈ? ਬਿਲਕੁਲ ਦੇਖੀ, ਦੇਖ ਕੇ ਹੀ ਸਾਰਾ ਕੁਝ ਸਿੱਖ ਲਿਆ, ਹੈ ਨਾ? ਬਿਲਕੁਲ ਜੀ। ਤੇ ਹੁਣ ਹਾਕੀ ਦੇ ਭਵਿੱਖ ਦੀ ਗੱਲ ਕਰਦੇ ਹਾਂ, ਤੇ ਭਵਿੱਖ ਕਿਹੋ ਜਿਹਾ ਵੇਖਦੇ ਹੋ ਇਸ ਵੇਲੇ? ਭਵਿੱਖ ਸਾਰਾ ਕੁਝ ਗੱਲਾਂ ਤੇ ਟਿਕਿਆ ਹੋਇਆ ਜੀ। ਸਾਡਾ ਇਹ ਵੀ ਇਤਿਹਾਸ ਰਿਹਾ ਕਿ ਅਸੀਂ ਇੱਕ ਅੱਧਾ ਵੱਡਾ ਟੂਰਨਾਮੈਂਟ ਜਿੱਤ ਕੇ ਫਿਰ ਰਿਲੈਕਸ ਹੋ ਜਾਂਦੇ ਹਾਂ ਜੀ। ਪਰ ਜਦੋਂ ਫਿਰ ਕੰਟੀਨਿਊਸ ਐਫਰਟ ਇਸ ਦੇ ਵਿੱਚ ਨਜ਼ਰ ਆਵੇ, ਲਗਾਤਾਰ ਨਿਰੰਤਰ ਕੋਈ ਨਾ ਕੋਈ ਯਤਨ ਕਰਦਾ ਰਹੇ, ਫਿਰ ਨਤੀਜੇ ਸਾਹਮਣੇ ਆਉਂਦੇ ਰਹਿਣਗੇ, ਇਸ ਵਿੱਚ ਕੋਈ ਸ਼ੱਕ ਨਹੀਂ ਜੀ। ਹਾਰ ਜਿੱਤ ਬਣੀ ਹੋਈ ਹੈ। ਕਈ ਟੀਮਾਂ ਜੋ ਪਹਿਲੇ ਰਾਊਂਡ ਵਿੱਚ ਬਾਹਰ ਹੋ ਗਈਆਂ, ਜੀ। ਅਰਜਨਟਾਈਨਾ ਨੇ ਪਿਛਲੀ ਵਾਰੀ ਓਲੰਪਿਕ ਦੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਹੋਇਆ ਸੀ ਜੀ। ਤੇ ਉਹ ਆਖਰੀ 4 ਦੇ ਵਿੱਚ ਵੀ ਨਹੀਂ ਪਹੁੰਚੇ। ਜੀ। ਇੰਗਲੈਂਡ ਦੀ ਟੀਮ ਵੀ ਰਹਿ ਗਈ, ਸਪੇਨ ਦੀ ਟੀਮ ਵੀ ਰਹਿ ਗਈ। ਇਹ ਸਾਰੀਆਂ ਦਿੱਗਜ ਟੀਮਾਂ ਨੇ, ਉਹ ਸਾਰੀਆਂ ਪਿੱਛੇ ਰਹਿ ਗਈਆਂ। ਦੱਖਣੀ ਕੋਰੀਆ ਵਰਗੀ ਟੀਮ ਵੀ ਕੁਆਲੀਫਾਈ ਨਹੀਂ ਕਰ ਸਕੀ। ਹੁਣ ਇਹ ਸਾਰੀਆਂ ਗੱਲਾਂ ਜਿਵੇਂ ਮੈਂ ਦੱਸ ਰਿਹਾ, ਇਹ ਅੱਗੇ ਨਿਰੰਤਰ ਸਾਡੀ ਜਿਹੜੀ ਪਰਫਾਰਮੈਂਸ ਹੈ ਉਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਇਹ ਸਾਰੀਆਂ ਪਰਫਾਰਮੈਂਸ ਜਿਹੜੀਆਂ ਹੁਣ ਆਉਣੀਆਂ ਨੇ ਉਹਨਾਂ ਤੇ ਡਿਪੈਂਡ ਕਰੇਗਾ ਕਿ ਭਵਿੱਖ ਕਿਸ ਤਰ੍ਹਾਂ ਦਾ ਬਣਦਾ ਹੈ। ਨਾਲ ਦੀ ਨਾਲ ਸਾਡੀਆਂ ਸਰਕਾਰਾਂ, ਸਾਡੇ ਸਾਬਕਾ ਖਿਡਾਰੀ ਤੇ ਸਾਡੀ ਖੇਡ ਜਿਹੜਾ ਸਿਸਟਮ ਹੈ, ਇਸ ਦੇ ਵਿੱਚ ਕਿਸ ਤਰ੍ਹਾਂ ਦੀ ਅਸੀਂ ਓਵਰਆਲ ਇੰਪਰੂਵਮੈਂਟ ਲਿਆਉਂਦੇ ਆ, ਉਹ ਤੇ ਸਿਰਾ ਵੱਜੇਗਾ। ਪਿਛਲੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਸੋਨੇ ਦਾ ਮੈਡਲ ਲਿਆਉਣ ਤੇ ਤਾਂ ਐਲਾਨ ਹੋ ਗਿਆ ਕਿ 2.25 ਕਰੋੜ ਰੁਪਈਏ, ਤੇ ਅਸੀਂ ਕਿਹਾ ਸੀ ਕਿ ਜਿਹੜਾ ਸਿਲਵਰ ਦਾ ਤੇ ਬ੍ਰੌਂਜ਼ ਦਾ ਲੈ ਕੇ ਆਉਣਗੇ ਉਹਨਾਂ ਨੂੰ ਕੀ ਹੋਵੇਗਾ। ਖੈਰ ਉਹ ਚੰਗੀ ਖਬਰ ਆ ਗਈ ਹੈ ਕਿ 1 ਕਰੋੜ ਰੁਪਈਆ ਜਿਹੜਾ ਹੈ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਹਰੇਕ ਪੰਜਾਬ ਦੇ ਖਿਡਾਰੀ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ, ਰਿਪਰੈਜ਼ੈਂਟ ਤਾਂ ਇੰਡੀਆ ਨੂੰ ਕਰ ਰਹੇ ਨੇ, ਜਾਂ ਪੰਜਾਬ ਵਿੱਚੋਂ ਗਏ ਹੋਏ ਨੇ, ਉਹਨਾਂ ਨੂੰ 1-1 ਕਰੋੜ ਰੁਪਈਆ ਦੇਵਾਂਗੇ। ਇਸ ਤਰ੍ਹਾਂ ਦੀ ਮਾਲੀ ਸਹਾਇਤਾ ਵੀ ਕੰਮ ਕਰੇਗੀ। ਖੇਡ ਢਾਂਚਾ ਬਣਾਉਣਾ ਪਏਗਾ ਤੇ ਇਸ ਵਿੱਚੋਂ ਵਾਕਿਆ ਹੀ ਸਿਫਾਰਿਸ਼ਵਾਦ ਨੂੰ ਪਾਸੇ ਕਰਕੇ ਸਹੀ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ, ਫੈਸਿਲਿਟੀਜ਼ ਦੇਣ ਦੀ ਲੋੜ ਹੈ, ਉਹਨਾਂ ਨੂੰ ਵਿਦੇਸ਼ੀ ਕੋਚਾਂ ਦੀ ਵੀ ਲੋੜ ਹੈ ਤਾਂ ਕਿ ਨਵੀਆਂ ਤਕਨੀਕਾਂ ਦਾ ਪਤਾ ਲੱਗ ਸਕੇ। ਤੇ ਵੱਧ ਤੋਂ ਵੱਧ ਜੇ ਕੋਈ ਲੀਗ ਸਟਾਰਟ ਹੋ ਜਾਵੇ ਹਾਕੀ ਦੀ, ਤੇ ਇਸ ਨਾਲ ਸਾਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਭਵਿੱਖ ਲਈ ਆਸਾਂ ਬੱਝੀਆਂ ਨੇ, ਪਰ ਅਜੇ ਕੁਝ ਲੋਕਾਂ ਦੀ ਨੀਅਤ ਤੇ ਸ਼ੱਕ ਹੈ ਜਿਹੜੇ ਅੱਜ ਕਹਿਣਗੇ ਕਿ ਦੇਖੋ ਅਸੀਂ ਕੋਸ਼ਿਸ਼ ਕੀਤੀ ਸੀ ਕਿ ਸਾਡੇ ਕਰਕੇ ਇਹ ਹੋ ਗਿਆ, ਅਸੀਂ ਇਹ ਫਲਾਨਾ ਕੰਮ ਕੀਤਾ ਸੀ। ਕ੍ਰੈਡਿਟ ਲੈਣ ਦਾ ਯਤਨ ਸਾਰੇ ਕਰਨਗੇ, ਪਰ ਥੋੜੇ ਨੇ ਉਂਗਲਾਂ ਤੇ ਗਿਣਾਉਣ ਵਾਲੇ ਨੇ। ਅੱਜ ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ, ਸਾਰਿਆਂ ਨੂੰ ਪਤਾ ਹੈ ਕੰਟਰੋਵਰਸੀ ਹੋਵੇਗੀ। ਇਹ ਥੋੜੇ ਵਿਅਕਤੀ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਸਿਹਰਾ ਦਿੱਤਾ ਜਾ ਸਕਦਾ ਹੈ ਕਿ ਉਹਨਾਂ ਨੇ ਖਿਡਾਰੀਆਂ ਨੂੰ ਇਸ ਹੱਦ ਤੱਕ, ਇਸ ਲੈਵਲ ਤੱਕ ਪਹੁੰਚ ਕੇ ਸ਼ਾਬਾਸ਼ ਤੇ ਉਹਨਾਂ ਨੂੰ ਸਹਿਯੋਗ ਦਿੱਤਾ ਕਿ ਖਿਡਾਰੀ ਇਸ ਲੈਵਲ ਤੇ ਪਰਫਾਰਮ ਕਰ ਸਕਣ। ਅਖੀਰ ਜਿਤਨਾ ਤਾਂ ਖਿਡਾਰੀਆਂ ਨੇ ਖੇਡ ਕੇ ਹੁੰਦਾ, ਪਰ ਪਿੱਛੇ ਵੀ ਕੁਝ ਲੋਕ ਹੁੰਦੇ ਨੇ, ਉਹ ਥੋੜੇ ਹੀ ਨੇ। ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਗੱਲਬਾਤ ਕਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਦਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਗਲੀ ਗੱਲ ਕਰੀਏ ਤੇ ਕਿਸਾਨ ਅੰਦੋਲਨ ਦੀ ਕਰਦੇ ਹਾਂ। ਕਿਸਾਨ ਅੰਦੋਲਨ ਜਿਹੜੀ ਸੰਸਦ ਚੱਲ ਰਹੀ ਸੀ, ਉਹ ਕਿੱਥੇ ਤੱਕ ਪਹੁੰਚ ਗਈ ਹੈ? ਕਿਸਾਨ ਅੰਦੋਲਨ ਸੰਸਦ ਜਾਰੀ ਹੈ ਜੀ, ਪਰ ਚੁਭਵੇਂ ਬਿਆਨ ਜਦੋਂ ਕਿਸੇ ਮੰਤਰੀਆਂ ਦੇ ਜਾਂ ਭਾਜਪਾ ਦੇ ਆਗੂਆਂ ਦੇ ਆਉਂਦੇ ਨੇ, ਫਿਰ ਉਹ ਕਿਸਾਨਾਂ ਨੂੰ ਹੋਰ ਜ਼ਿਆਦਾ ਤੰਗ ਕਰਦੇ ਨੇ ਤੇ ਕਿਸਾਨ ਉਸ ਤੋਂ ਬਾਅਦ ਹੋਰ ਜ਼ਿਆਦਾ ਸਟਰੋਂਗ ਹੋ ਕੇ ਸਾਹਮਣੇ ਆਉਂਦੇ ਨੇ। ਕਈ ਮੁੱਦੇ ਉੱਠੇ ਨੇ ਪਿਛਲੇ ਦਿਨਾਂ ਦੇ ਵਿੱਚ। ਸਭ ਤੋਂ ਜਿਹੜਾ ਇਹ ਮੁੱਦਾ ਮੈਂ ਸਮਝਦਾ ਰਿਹਾ ਕਿ ਸੰਸਦ ਉੱਥੇ ਚੱਲ ਰਹੀ ਹੈ, ਕਿਸਾਨਾਂ ਨੇ ਆਪਣੇ ਸਪੀਕਰ, ਡਿਪਟੀ ਸਪੀਕਰ, ਪ੍ਰਧਾਨ ਮੰਤਰੀ, ਖੇਤੀਬਾੜੀ ਮੰਤਰੀ, ਸਾਰੇ ਅਹੁਦੇਦਾਰ ਉੱਥੇ ਬਿਠਾ ਕੇ ਦੁਨੀਆ ਨੂੰ ਦਿਖਾਇਆ ਕਿ ਇਸ ਤਰ੍ਹਾਂ ਵੀ ਕੰਮ ਚੱਲਦਾ ਹੈ। ਸਰਕਾਰ ਨੇ ਤਾਂ ਸਿਰਫ ਮਜ਼ਾਕ ਉਡਾਉਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੰਸਦ ਤੇ ਇੱਕੋ ਹੁੰਦੀ ਹੈ, ਤੇ ਚੱਲ ਤੇ ਉਹ ਵੀ ਨਹੀਂ ਰਹੀ। ਇੱਥੇ ਘੱਟੋ ਘੱਟ ਚੱਲ ਤੇ ਰਹੀ ਹੈ। ਸੰਸਦਾਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਸਲੀਕੇ ਨਾਲ, ਤਰੀਕੇ ਨਾਲ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੈ। ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ ਤੇ ਚੰਗੇ ਸੁਹਿਰਦ ਫੈਸਲੇ ਲਈਏ। ਇਹ ਚੰਗੀ ਗੱਲ ਹੈ ਕਿ ਰੌਲਾ ਰੱਪਾ ਪਾ ਕੇ ਕਾਰਵਾਈ ਠੱਪ ਕਰ ਦਈਏ ਜਾਂ ਕੁਝ ਵੀ ਚੱਲਣ ਨਾ ਦਈਏ ਤੇ ਜਾਂ ਕਾਗਜ਼ ਪਾੜ ਸਿੱਟੀਏ, ਇਹ ਕਾਰਵਾਈ ਹੁੰਦੀ ਹੈ। ਜੋ ਸੰਸਦ ਦੇ ਬਾਹਰ ਕੱਲ ਹੋਇਆ ਹੈ, ਬੀਬੀ ਹਰਸਿਮਰਤ ਕੌਰ ਬਾਦਲ ਤੇ ਰਵਨੀਤ ਬਿੱਟੂ ਨੇ ਜੋ ਕੀਤਾ ਹੈ, ਮੈਂ ਸਮਝਦਾ ਕਿ ਸਿਰਫ ਸ਼ਰਮਸਾਰ ਦੋਨਾਂ ਨੂੰ ਹੋਣਾ ਚਾਹੀਦਾ। ਇਸ ਤੋਂ ਬਾਅਦ ਮੈਂ ਕੁਝ ਨਹੀਂ ਆਖ ਸਕਦਾ। ਔਰ ਜੇ ਕਿਸਾਨਾਂ ਦੀ ਹੁਣ ਗੱਲ ਕਰੀਏ, ਕਿਸਾਨਾਂ ਬਾਰੇ ਸਾਡੇ ਖੇਤੀਬਾੜੀ ਮੰਤਰੀ ਕਹਿੰਦੇ ਕਿ ਜਿਹੋ ਜਿਹੇ ਕਿਸਾਨ, ਉਹ ਨਹੀਂ ਕੰਪੈਰੀਜ਼ਨ ਦੇਖੋ ਕੀ ਕੀਤਾ।
ਉਹਨਾਂ ਨੇ ਜਿਹੜੇ ਸਾਡੇ ਕਿਸਾਨਾਂ ਨੂੰ ਤਾਂ ਉਹਨਾਂ ਨੇ ਸਮਝਿਆ ਹੋਇਆ ਕਿ ਕਿਸਾਨ ਜਿਹੜੇ ਆਗੂ ਨੇ ਜਾਂ ਜਿਹੜੇ ਅੰਦੋਲਨਕਾਰੀ ਕਿਸਾਨ ਬੈਠੇ ਹੋਏ ਨੇ ਉਹ ਤੇ ਉਹਨਾਂ ਦੀ ਤੇ ਗੱਲ ਹੀ ਕੋਈ ਨਹੀਂ ਜੀ, ਉਹ ਕਿਸੇ ਗਿਣਤੀ ਵਿੱਚ ਵੀ ਨਹੀਂ ਜੀ, ਤੇ ਆਪਣੇ ਜਿਹੜੀ ਵਿਰੋਧੀ ਧਿਰ ਉਹਨਾਂ ਨੂੰ ਕੰਮ ਕਰਨ ਤੋਂ ਰੋਕਦੀ ਹੈ ਜਾਂ ਸਵਾਲ ਪੁੱਛਦੀ ਹੈ ਜੀ, ਲੋਕ ਸਭਾ ਦੇ ਵਿੱਚ ਉਹਨਾਂ ਬਾਰੇ ਉਹ ਕਹਿੰਦੇ ਨੇ ਇਹ ਵੀ ਕਿਸਾਨਾਂ ਵਰਗੇ ਹੀ ਨੇ, ਜੀ। ਇਹਨਾਂ 'ਚ ਤੇ ਕਿਸਾਨਾਂ 'ਚ ਕੋਈ ਫਰਕ ਨਹੀਂ, ਨਾ ਉਹ ਕੰਮ ਚੱਲਣ ਦਿੰਦੇ ਆ ਕੋਈ ਅੱਗੇ ਤੇ ਨਾ ਇਹ ਚੱਲਣ ਦਿੰਦੇ ਆ। ਨਹੀਂ, ਪਰ ਕਿਸਾਨ ਤਾਂ ਖੇਤਾਂ 'ਚ 24 ਘੰਟੇ ਦਿਨ ਰਾਤ ਕੰਮ ਕਰਦੇ ਨੇ ਤੇ ਸਾਡੇ ਆਗੂ ਤਾਂ ਮੈਨੂੰ ਲੱਗਦਾ ਨਹੀਂ ਕਿ ਏਸੀ ਤੋਂ ਬਾਹਰ ਮੈਂ ਸਮਝਦਾ ਕਿ ਉਹ ਉਲਟ ਕਹਿ ਦਿੰਦੇ ਤੇ ਕਿਸੇ ਹੱਦ ਤੱਕ ਗੱਲ ਸਮਝ ਆਉਂਦੀ ਸੀ ਜੀ, ਕਿ ਤੁਸੀਂ ਵੀ ਰਾਜਨੀਤੀ ਕਰਦੇ ਹੋ ਤੇ ਕਿਸਾਨਾਂ ਨੇ ਵੀ ਹੁਣ ਸੰਸਦ ਬਣਾ ਲਈ ਹੈ। ਜੀ, ਉਹ ਇਸ ਗੱਲ ਨੂੰ ਕਿਸੇ ਹਾਸੇ ਮਖੌਲ ਦੇ ਅੰਦਾਜ਼ ਤੋਂ ਅਸੀਂ ਦੇਖ ਸਕਦੇ ਸਾਂ, ਜੀ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਬਹੁਤ ਮਾੜੀ ਗੱਲ ਸੀ, ਇਹ ਉਹਨਾਂ ਨੂੰ ਕਰਨੀ ਨਹੀਂ ਸੀ ਚਾਹੀਦੀ। ਜੀ, ਹੁਣ ਕਿਸਾਨਾਂ ਬਾਰੇ ਜਿਹੜੇ ਕਿਸਾਨ ਆਗੂ ਪੰਜਾਬ ਦੇ ਵਿੱਚ ਜਿੰਨੇ ਕੁ ਉੱਥੇ ਗਏ ਹੋਏ ਨੇ ਜੀ, ਉਹ ਇੱਕ ਮਤ ਹਨ ਵੀ ਕੁਝ ਗੱਲਾਂ ਤੇ ਇੱਕ ਮਤ ਨਹੀਂ ਵੀ। ਉਹ ਕਿਹੜੀਆਂ ਗੱਲਾਂ ਤੇ ਇੱਕ ਮਤ ਨੇ ਤੇ ਕਿਹਨਾਂ ਦੇ ਵਿਰੋਧ ਵਿੱਚ ਨੇ? ਉਹ ਇਸ ਗੱਲ ਤੇ ਕਿ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਜਾਂ ਨਹੀਂ ਚਾਹੀਦਾ। ਜੀ, ਗੁਰਨਾਮ ਸਿੰਘ ਛਿੜੂਨੀ ਨੂੰ ਤੇ ਸਸਪੈਂਡ ਕੀਤਾ ਗਿਆ ਸੀ ਮੁਅੱਤਲ 1 ਹਫ਼ਤੇ ਲਈ ਜੀ, ਤੇ ਉਹਨਾਂ ਨੂੰ ਤੇ ਜਿਵੇਂ ਮੌਕਾ ਲੱਗਿਆ ਹੋਵੇ ਉਹ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚੇ 'ਚ ਹੁਣ ਮੈਂ ਵਾਪਸ ਜਾਵਾਂ ਨਾ ਜਾਵਾਂ, ਜੀ। ਪਰ ਮੈਂ ਫਰੰਟ ਖੜਾ ਕਰਨਾ ਹੈ। ਜੀ, ਔਰ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਆਏ ਨੇ, ਖਟਕੜ ਕਲਾਂ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ ਹੈ ਜੀ, ਤੇ ਇੱਥੇ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਉਹਨਾਂ ਨੇ ਫੇਰ ਆਪਣਾ ਐਦ ਜਿਹੜਾ ਦੋਹਰ ਪਾ ਦਿੱਤੀ ਹੈ। ਜੀ, ਦੋਹਰ ਪਾ ਕੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਲੈਕਸ਼ਨਾਂ ਦੇ ਵਿੱਚ ਭਾਵੇਂ ਖੜੇ ਹੋਈਏ ਨਾ ਹੋਈਏ, ਪਰ ਅਸੀਂ ਇੱਕ ਦਬਾਅ ਸਮੂਹ ਦੇ ਵਜੋਂ, ਇੱਕ ਸੰਗਠਿਤ ਗਰੁੱਪ ਵਜੋਂ ਅਸੀਂ ਇੱਥੇ ਇੱਕ ਚੰਗੇ ਨਤੀਜੇ ਚਾਹੁੰਦੇ ਹਾਂ, ਜਿਸ ਦੇ ਕਾਰਨ ਸਾਡੀ ਮਰਜ਼ੀ ਦੇ ਲੋਕ ਅੱਗੇ ਆਉਣ ਤੇ ਸਾਡੇ ਹੱਕ ਦੇ ਫੈਸਲੇ ਲੈ ਜਾਣ। ਜੀ। ਹੁਣ ਇਸ ਨਾਲ ਅੰਦਰ ਖਾਤੇ ਉਹਨਾਂ ਦੇ ਕਿੰਨੀ ਕੁ ਲੋਕ ਜੁੜਦੇ ਨੇ ਜਾਂ ਕਿੰਨੇ ਕੁ ਸਹਿਮਤ ਹੁੰਦੇ ਨੇ, ਜੀ। ਇਹ ਤੇ ਕਿਸਾਨ ਆਗੂ ਦੱਸ ਸਕਦੇ ਨੇ। ਬਲਬੀਰ ਸਿੰਘ ਰਾਜੇਵਾਲ ਤੇ ਸੰਯੁਕਤ ਕਿਸਾਨ ਮੋਰਚੇ ਨੇ ਹਾਲ ਦੀ ਘੜੀ ਸਪਸ਼ਟ ਤੌਰ ਤੇ ਗੱਲ ਆਖੀ ਕਿ ਸਾਡਾ ਮੁੱਦਾ ਹਾਲ ਦੀ ਘੜੀ ਸਿਰਫ 3 ਕਿਸਾਨ ਮੁੱਦੇ ਨੇ, ਜੀ। 3 ਬਿੱਲ ਨੇ, ਜੀ। ਉਹ ਰੱਦ ਕਰਵਾਉਣੇ ਨੇ। ਜੀ, ਅਗਲੀ ਰਣਨੀਤੀ ਦੇ ਅਸੀਂ ਕੁਝ ਨਹੀਂ ਕਹਿ ਸਕਦੇ। ਜੀ, ਵਿੱਚ ਕੋਈ ਪੋਸਟਰ ਵੀ ਇੰਟਰਸਟਿੰਗ ਆ ਜਾਂਦੇ ਨੇ। ਰਾਜੇਵਾਲ ਸਾਹਿਬ ਦੇ ਕੁਝ ਦਿਨ ਪਹਿਲਾਂ ਪੋਸਟਰ ਲੱਗਿਆ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਅਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਹਾਂ। ਜੀ, ਜੇ ਤਕਨੀਕੀ ਪੱਖ ਤੋਂ ਦੇਖਿਆ ਜਾਵੇ ਤੇ ਜੇ ਕੋਈ ਰਾਜਨੀਤਿਕ ਆਗੂ ਕੱਲ੍ਹ ਨੂੰ ਉੱਠ ਕੇ ਇਹ ਕਹਿ ਦੇਵੇ ਜਾਂ ਭਾਜਪਾ ਦੇ ਆਗੂ ਕੁਛ ਇਹ ਕਹਿ ਦੇਣ ਕਿ ਦੇਖਿਆ ਇਹਨਾਂ ਨੇ ਤਾਂ ਇਲੈਕਸ਼ਨਾਂ 'ਚ ਖੜੇ ਹੋਣਾ ਸੀ ਇਸ ਕਰਕੇ ਅੰਦੋਲਨ ਖੜਾ ਕੀਤਾ, ਜੀ, ਤੇ ਇਲੈਕਸ਼ਨ ਲੜਨ ਜਾਂ ਨਾ ਲੜਨ ਦਾ ਹੱਕ ਤੇ ਸਾਰਿਆਂ ਨੂੰ ਹੈ। ਜੀ, ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਬਿਲਕੁਲ। ਵਿਅਕਤੀਗਤ ਤੌਰ ਤੇ ਕੋਈ ਕਿਵੇਂ ਸੋਚਦਾ ਹੈ, ਇਹਨਾਂ ਵਿੱਚੋਂ ਕਈ ਆਗੂ ਚੋਣਾਂ ਦੇ ਵਿੱਚ ਹਿੱਸਾ ਲੈ ਵੀ ਚੁੱਕੇ ਨੇ, ਜਥੇਬੰਦੀਆਂ ਨਾਲ, ਪਾਰਟੀਆਂ ਨਾਲ ਜੁੜੇ ਹੋਏ ਨੇ। ਜੀ, ਹੁਣ ਇਹ ਗੱਲ ਕਰਨੀ ਕਿਸੇ ਦੀ ਇਸ ਤਰ੍ਹਾਂ ਵਾਜਬ ਨਹੀਂ ਕਿ ਕਿਸਾਨਾਂ ਦਾ ਕੀ ਕੰਮ ਹੈ ਜੀ, ਚੋਣਾਂ ਦੇ ਵਿੱਚ, ਜੀ। ਪਰ ਮੈਨੂੰ ਵਿਅਕਤੀਗਤ ਤੌਰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸਾਨਾਂ ਨੂੰ ਇੱਕ ਧਿਰ ਜ਼ਰੂਰ ਬਣਾਉਣੀ, ਖੜੀ ਕਰਨੀ ਪਏਗੀ, ਜੀ। ਜਿਸ ਦੇ ਵਿੱਚ ਸਿਰਫ ਬੰਗਾਲ ਵਾਲੀ ਨੀਤੀ ਅਪਣਾਉਣ ਨਾਲ ਕੰਮ ਨਹੀਂ ਚੱਲੇਗਾ। ਘੱਟੋ ਘੱਟ ਪੰਜਾਬ ਵਿੱਚ, ਜੀ, ਯੂਪੀ ਵਿੱਚ ਚੱਲ ਸਕਦਾ ਹੈ। ਜੀ, ਯੂਪੀ ਵਿੱਚ ਤਾਂ ਇਹ ਕਹਿ ਸਕਦੇ ਨੇ ਕਿ ਭਾਜਪਾ ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਜੀ, ਤੇ ਪੰਜਾਬ ਵਿੱਚ ਭਾਜਪਾ ਦੀ ਵੋਟ ਦੀ ਨਾ ਕਹਿਣ ਦਾ ਤਾਂ ਮੈਨੂੰ ਲੱਗਦਾ ਲੋੜ ਨਹੀਂ ਪੈਣੀ, ਜੀ, ਪਰ ਕੁਝ ਲੋਕ ਸ਼ਾਮਲ ਵੀ ਹੋ ਰਹੇ ਨੇ। ਜੀ। ਉਹ ਵੀ ਆਪਣੇ ਆਪ ਦੇ ਵਿੱਚ ਬੜੇ ਹੈਰਾਨੀਜਨਕ ਕਾਂਡ ਹੋ ਰਹੇ ਨੇ ਮੈਂ ਕਹਾਂਗਾ, ਜੀ। ਪਰ ਇਸ ਤਰ੍ਹਾਂ ਕਹਿਣ ਦੀ ਲੋੜ ਨਹੀਂ ਪੈਣੀ। ਜੇ ਲੋਕਾਂ ਨੂੰ ਸਿਰਫ ਇੰਨਾ ਹੀ ਕਹਿਣਗੇ ਕਿ ਤੁਸੀਂ ਭਾਜਪਾ ਨੂੰ ਵੋਟ ਨਾ ਪਾਓ, ਤੇ ਕੁਛ ਨਾ ਕੁਛ ਤਾਂ ਦੱਸਣਾ ਪਏਗਾ ਨਾ ਕਿ ਪਾਓ ਕਿਹਨੂੰ, ਜੀ, ਕਿਉਂਕਿ ਤਿਕੋਣਾ ਮੁਕਾਬਲਾ ਇੱਥੇ ਲਗਭਗ ਜਾਪਦਾ ਕਿ ਪੰਜਾਬ ਵਿੱਚ ਹੋਵੇਗਾ। ਜੀ। ਸੋ ਕਿਸਾਨ ਅੰਦੋਲਨ ਚੱਲ ਰਿਹਾ। ਅਜੇ ਕਿਸਾਨ ਥੋੜ੍ਹੇ ਜਿਹਾ ਬਿਜ਼ੀ ਨੇ ਔਰ ਮੌਨਸੂਨ ਨੇ ਥੋੜ੍ਹੀ ਜਿਹੀ ਰਾਹਤ ਉਹਨਾਂ ਨੂੰ ਜ਼ਰੂਰ ਦਿੱਤੀ ਹੈ, ਕਿਤੇ ਨੁਕਸਾਨ ਵੀ ਹੋਇਆ। ਜੀ, ਔਰ ਜਿਉਂ-ਜਿਉਂ ਗਰਮੀ ਘਟੇਗੀ, ਅਕਤੂਬਰ ਮਹੀਨੇ ਵੱਲ ਨੂੰ ਜਾਵਾਂਗੇ ਤੇ ਪਿਛਲੇ ਸਾਲ ਵਾਲੇ ਨਜ਼ਾਰੇ ਜਿਹੜੇ ਨੇ ਉਹ ਵੱਜਦੇ ਨਜ਼ਰ ਆ ਸਕਦੇ ਨੇ, ਪਰ ਕੰਮ ਬੜਾ ਔਖਾ ਹੈ ਜੀ। ਔਰ ਬਿਮਾਰ ਠਮਾਰ ਵੀ ਹੋ ਰਹੇ ਨੇ। ਨਾਲ ਦੀ ਨਾਲ ਕਿਸਾਨਾਂ ਦੀ ਮੌਤ ਵੀ ਹੋਈ ਹੈ ਜੋ ਉੱਥੋਂ ਆਏ ਨੇ। ਇਸੇ ਤਰ੍ਹਾਂ ਇੱਕ ਨੌਜਵਾਨ ਦੀ ਮੌਤ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਜਿਸ ਦੇ ਪਰਿਵਾਰ ਦੇ ਵਿੱਚ ਸਿਰਫ ਉਸ ਦਾ ਬੇਟਾ ਤੇ ਉਸ ਦੀ ਮਾਂ ਬਚਦੀ ਹੈ, ਉਸ ਦੀ ਪਤਨੀ ਤੇ ਉਸ ਦੇ ਬਾਪ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋਈ ਹੈ ਕਿਸਾਨ ਦੀ। ਇਹ ਮਾੜੀਆਂ ਗੱਲਾਂ ਨੇ ਤੇ ਸਰਕਾਰ ਕਹਿੰਦੀ ਕਿ ਸਾਡੇ ਕੋਲ ਹਿਸਾਬ ਕਿਤਾਬ ਕੋਈ ਨਹੀਂ, ਤੇ ਪੰਜਾਬ ਸਰਕਾਰ ਨੇ ਕਿਹਾ ਹੋਇਆ ਸੀ ਕਿ ਅਸੀਂ ਮੁਆਵਜ਼ਾ ਦੇਵਾਂਗੇ ਕੁਝ ਨਾ ਕੁਝ ਜ਼ਰੂਰ, ਤੇ ਜਿਸ ਦੇ ਬਾਰੇ ਪੰਜਾਬ ਸਰਕਾਰ ਵੀ ਸੁਹਿਰਦ ਨਹੀਂ ਹੈ। ਤੇ ਅਜੇ ਤੱਕ ਪੰਜਾਬ ਸਰਕਾਰ ਨੇ ਸਿਰਫ ਗਿਣਤੀ ਮਿਣਤੀ ਕੀਤੀ ਜਾਪਦੀ ਹੈ, ਅਜੇ ਕੋਈ ਮੁਆਵਜ਼ਾ ਕਹਿੰਦੇ ਮਿਲਿਆ ਨਹੀਂ। ਤੇ ਇਸ ਬਾਬਤ ਕਈ ਜਗ੍ਹਾ ਤੇ ਮੁਜ਼ਾਹਰੇ ਹੋ ਰਹੇ ਨੇ, ਪਰ ਸਰਕਾਰਾਂ ਅਜੇ ਸੁੱਤੀਆਂ ਪਈਆਂ ਨੇ। ਹੁਣ ਐਲਾਨਨਾਮੇ ਤੇ ਬੜੇ ਹੋ ਰਹੇ ਨੇ, 300 ਯੂਨਿਟ ਮਾਫ, 400 ਯੂਨਿਟ ਮਾਫ ਕਿਸਾਨਾਂ ਪ੍ਰਤੀ, ਜਾਂ ਅਜੇ ਓਲੰਪਿਕ ਚੱਲਦੇ ਤੇ ਮੈਂ ਸਮਝਦਾ ਕਿ ਮੌਕਾ ਸੀ ਕਿ ਖੇਡਾਂ ਪ੍ਰਤੀ ਕੋਈ ਠੋਸ ਨੀਤੀ ਜਿਹੜੀ ਹੈ ਉਹ ਆਪਣੇ ਮੈਨੀਫੈਸਟੋ ਦੇ ਵਿੱਚ ਲੱਗੇ ਲਿਆ ਕੇ ਸਾਹਮਣੇ ਪੇਸ਼ ਕਰਦੇ ਤੇ ਫਿਰ ਕੋਈ ਗੱਲ ਸੀ। ਕਿਸਾਨ ਅੰਦੋਲਨ ਚੱਲ ਰਿਹਾ ਤੇ ਉਧਰੋਂ ਸਰਕਾਰ ਪੂਰੇ ਜ਼ੋਰ ਨਾਲ ਲੋਕ ਸਭਾ ਦੇ ਵਿੱਚ ਆਪਣੀ ਚੱਕੀ ਚਲਾ ਰਹੀ ਹੈ, ਪੁੱਠੀ ਚੱਕੀ ਚਲਾ ਰਹੀ ਹੈ। ਉਸ ਦੇ ਵਿੱਚ ਚੌਲਾਂ ਦੀ ਖਰੀਦ ਬਾਰੇ ਕੁਝ ਨਵੇਂ ਨਿਯਮ ਜਿਹੜੇ ਨੇ ਸਾਹਮਣੇ ਲਿਆਉਣ ਦੀ ਖਬਰ ਸਾਹਮਣੇ ਆ ਰਹੀ ਹੈ। ਨਵੀਂ ਜਿੰਨੀ ਪਹਿਲਾਂ ਲੈਂਦੇ ਸੀ,
ਮਾਰਕੀਟ ਦੇ ਵਿੱਚ ਨਮੀ ਦੀ ਦਰ ਵੀ ਘਟਾ ਦਿੱਤੀ ਗਈ ਹੈ, ਭਾਵ ਉਨੀ ਦਰ ਤੋਂ ਵੱਧ ਨਮੀ ਵਾਲਾ ਚੌਲ ਜਿਹੜਾ ਨਹੀਂ ਖਰੀਦਿਆ ਜਾਵੇਗਾ। ਜੀ ਟੋਟੇ ਦੀ ਮਿਕਦਾਰ, ਬਦਰੰਗ ਝੋਨਾ, ਉਸ ਦੀ ਵੀ ਕੀਮਤ ਘਟਾਉਣ ਦੇ ਯਤਨ ਨੇ। ਸੈਲਰ ਮਾਲਕਾਂ ਨੂੰ ਜਿਹੜੇ ਨੇ ਪੰਗੇ ਪਏ ਹੋਏ ਨੇ ਤੇ ਉਹਨਾਂ ਨੂੰ ਵੀ ਨਵੀਆਂ ਹਦਾਇਤਾਂ ਆ ਰਹੀਆਂ ਨੇ, ਜਿਸ ਦੇ ਤਹਿਤ ਉਹ ਵੀ ਖਰੀਦ ਕਰਨ ਤੋਂ ਕੰਨੀ ਕਤਰਾ ਸਕਦੇ ਨੇ। ਅਗਲੇ 1.5 ਮਹੀਨੇ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜਾਣੀ ਹੈ, ਪਰ ਸਰਕਾਰ ਅਜੇ ਜਿਹੜੀ ਹੈ ਉਹ ਕਿਸਾਨਾਂ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਪੀਸਣ ਲਈ ਜਿਹੜੇ ਕੰਮ ਕਰ ਰਹੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੀ ਫੈਸਲਾ ਨਹੀਂ ਜਿਹੜਾ ਉਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਨਾਲ ਹੀ ਕੁਝ ਪੰਜਾਬ ਸਰਕਾਰ ਦੇ ਕੁਝ ਇਹੋ ਜਿਹੇ ਨਿਯਮ ਜਿਹੜੇ ਨੇ ਮਾਰਕਫੈਡ ਨੂੰ ਦੁਬਾਰਾ ਉਤਸ਼ਾਹਿਤ ਕਰਨ ਦੇ, ਤੇ ਸਰਕਾਰ, ਕੇਂਦਰ ਸਰਕਾਰ ਦੇ ਅਦਾਰੇ, ਕਿਉਂਕਿ ਪੰਜਾਬ ਦੇ ਵਿੱਚ ਖਰੀਦ ਤੋਂ ਵੀ ਮੁਨਕਰ ਨੇ ਤੇ ਪੰਜਾਬ ਦੇ ਵਿੱਚ ਜਿਹੜਾ DAP ਤੇ ਹੋਰ ਖਾਦਾਂ ਭੇਜਣ ਨੂੰ ਸਮਰੱਥ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਵੀ ਪੈਰ ਆਪਣੇ ਪਿਛਾਂਹ ਖਿੱਚ ਰਹੀਆਂ ਨੇ। ਤੇ ਪੰਜਾਬ ਸਰਕਾਰ ਆਪਣੇ ਤਰੀਕੇ ਨਾਲ ਥੋੜ੍ਹਾ ਜਿਹਾ ਜ਼ੋਰ ਲਾ ਰਹੀ ਹੈ। ਤੇ ਇਸ ਵਾਰੀ ਕਣਕ ਦੀ ਬਿਜਾਈ ਵਾਸਤੇ ਤੇ ਹੋਰ ਫਸਲਾਂ ਦੀ ਬਿਜਾਈ ਵਾਸਤੇ ਜਦੋਂ ਮੌਨਸੂਨ ਸੀਜ਼ਨ ਖਤਮ ਹੋ ਜਾਂਦਾ ਹੈ ਅਕਤੂਬਰ ਦੇ ਆਸ-ਪਾਸ, ਜਿਹੜੀ ਹੈ ਉਹ ਖਾਦਾਂ ਦੀ ਕਮੀ ਬਹੁਤ ਜ਼ਿਆਦਾ ਹੋ ਸਕਦੀ ਹੈ। ਇਸ ਤੋਂ ਕਿਸਾਨ ਬਹੁਤ ਚਿੰਤਤ ਨੇ। ਇਸ ਦੇ ਬਾਰੇ ਕਾਫੀ ਰੌਲਾ ਰੱਪਾ ਪੈ ਰਿਹਾ ਤੇ ਖਾਦਾਂ ਦੀ ਪਹਿਲਾਂ ਹੀ ਅਗੇਤਰੀ 1.5-2 ਮਹੀਨੇ ਪਹਿਲਾਂ ਹੀ ਬਲੈਕ ਜਿਹੜੀ ਸ਼ੁਰੂ ਹੋਣ ਦੇ ਅਸਾਰ ਜਿਹੜੇ ਨੇ ਬਣਦੇ ਨਜ਼ਰ ਆ ਰਹੇ। ਤੇ ਕੁਲਦੀਪ ਜੀ, ਕਿਸਾਨੀ ਅੰਦੋਲਨ ਇੰਨਾ ਵੱਧ ਚੁੱਕਾ ਹੈ, ਇਸ ਕਰਕੇ ਸਰਕਾਰ ਇਸ ਨੂੰ ਠਿੱਬੀ ਲਾਉਣ ਦਾ ਕੋਈ ਨਾ ਕੋਈ ਤਰੀਕਾ ਅਪਣਾ ਰਹੀ ਹੈ। ਠਿੱਬੀ ਲਾਉਣ ਦਾ ਤਰੀਕਾ ਵੀ ਹੈ ਪਰਮਿੰਦਰ ਜੀ। ਮੈਂ ਜਿਵੇਂ ਦੱਸ ਰਿਹਾ ਕਿ ਕਣਕ ਦੀ ਖਰੀਦ ਪ੍ਰਤੀ ਵੀ ਨਿਯਮ ਜਿਹੜੇ ਟਾਈਟ ਕੀਤੇ ਗਏ, FCI ਨੇ ਨਾ ਮਾਤਰ ਖਰੀਦ ਕੀਤੀ ਹੈ, ਔਰ ਹਰ ਜਿਹੜਾ ਤਰੀਕਾ ਹੈ ਕਿ ਇਹਨਾਂ ਨੂੰ ਜਿਹੜਾ ਘੁੱਟਿਆ ਜਾਵੇ ਕਿਸੇ ਨਾ ਕਿਸੇ ਤਰੀਕੇ। ਕਿਸਾਨਾਂ ਤੇ ਕੇਸ ਵੀ ਦਰਜ ਹੋਏ ਨੇ, ਪਰ ਇੰਨਾ ਕੁ ਸਰਕਾਰ ਨੇ ਕਹਿ ਦਿੱਤਾ ਕਿ UAPA ਦੇ ਤਹਿਤ ਅਸੀਂ ਕੋਈ ਕੇਸ ਦਰਜ ਨਹੀਂ ਕੀਤਾ। ਇਹ ਤਾਂ ਚਲੋ ਆਉਣ ਵਾਲਾ ਸਮਾਂ ਦੱਸੇਗਾ ਕਿ ਕੀਤਾ ਕਿ ਨਹੀਂ ਕੀਤਾ, ਪਰ ਸਰਕਾਰ ਕਿਸਾਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਦਬਾਅ ਹੇਠ ਲਿਆ ਕੇ ਇਸ ਅੰਦੋਲਨ ਨੂੰ ਖਤਮ ਕਰਨ ਦੇ ਚੱਕਰ ਦੇ ਵਿੱਚ ਜਾਪਦੀ ਹੈ। ਜਿਵੇਂ ਪਹਿਲਾਂ ਕਦੇ ਕਿਤੇ ਲੱਗਣ ਲੱਗ ਪਿਆ ਸੀ ਕਿ ਕੋਈ ਫੋਰਸ ਵਰਤ ਕੇ ਜਾਂ ਕੋਈ ਤਾਕਤ ਵਰਤ ਕੇ ਜਿਹੜਾ ਹੈ ਉੱਥੇ ਅੰਦੋਲਨ ਨੂੰ ਖਤਮ ਕੀਤਾ ਜਾ ਸਕਦਾ, ਉਹ ਨਹੀਂ ਜਾਪਦਾ। ਤੇ ਧੱਕਾ ਵਾਲੀ ਗੱਲ ਨਹੀਂ, ਪਰ ਇਸ ਤਰੀਕੇ ਨਾਲ ਬੈਕਡੋਰ ਦੇ ਵਿੱਚੋਂ ਦੀ ਕਿਸਾਨਾਂ ਦਾ ਗਲ ਘੁੱਟਣ ਦੀ ਤਿਆਰੀ ਜਿਹੜੀ ਹੈ ਇਹ ਪੱਕੇ ਤੌਰ ਤੇ ਕੀਤੀ ਜਾ ਰਹੀ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਚੋਰ ਮੋਰੀਆਂ ਹਰ ਕੰਮ ਦੇ ਵਿੱਚ ਲੱਭਦੀਆਂ ਨੇ ਤੇ ਸਰਕਾਰ ਉਹਦਾ ਫਾਇਦਾ ਉਠਾਉਣਾ ਹੀ ਚਾਹੁੰਦੀ ਹੈ ਹਰ ਪਾਸਿਓਂ। ਤੇ ਕੁਲਦੀਪ ਜੀ, ਗੱਲ ਮੇਰੇ ਮਨ 'ਚ ਹੈ ਕਿ ਜਦੋਂ ਸਰਕਾਰ ਵੱਡੇ ਵੱਡੇ ਕਾਨੂੰਨ ਪਾਸ ਕਰਦੀ ਹੈ, ਉਸ ਤੋਂ ਪਹਿਲਾਂ ਜਿਨ੍ਹਾਂ ਲਈ ਉਹ ਕਾਨੂੰਨ ਬਣਦਾ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ, ਕਾਰਪੋਰੇਟ ਘਰਾਣਿਆਂ ਨਾਲ ਬੈਠਕਾਂ ਕੀਤੀਆਂ ਜਾਂਦੀਆਂ, ਪਰ ਕਿਸਾਨਾਂ ਦੇ ਮੁੱਦੇ ਤੇ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ? ਕਿਸਾਨਾਂ ਦੀ ਇਸ ਦੇ ਵਿੱਚ ਸਰਕਾਰ ਦੇ ਕੋਲ ਬੜੇ ਪੁੱਠੇ ਸਿੱਧੇ ਜਵਾਬ ਨੇ ਜੀ। ਕੋਈ ਕਾਰਪੋਰੇਟ ਜਗਤ ਹੈ ਜੀ, ਕਿਸੇ ਵੀ ਕਿਸਮ ਦੀ ਇੰਡਸਟਰੀ ਹੈ ਜੀ, ਚਾਹੇ ਉਹ ਹੌਜ਼ਰੀ ਦੀ ਹੈ, ਚਾਹੇ ਸਪੋਰਟਸ ਇਕਵਿਪਮੈਂਟ ਦੀ ਹੈ, ਚਾਹੇ ਕੋਈ ਇਲੈਕਟ੍ਰੋਨਿਕਸ ਇਕਵਿਪਮੈਂਟ ਦੀ ਹੈ, ਹਰ ਇੱਕ ਦੀ ਆਪੋ ਆਪਣੀ ਇੱਕ ਸੰਸਥਾ ਜਿਹੜੀ ਹੈ ਜਿਹੜੀ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ, ਬਣੀ ਹੋਈ ਹੈ। ਜਿਵੇਂ ਡਾਕਟਰਾਂ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ, ਜੇ ਇਕੱਠੇ ਹੋ ਕੇ ਬਾਬਾ ਰਾਮਦੇਵ ਨੂੰ ਉਹਨਾਂ ਨੇ ਘੇਰਿਆ ਤੇ ਬਾਬਾ ਰਾਮਦੇਵ ਜੀ ਚੁੱਪ ਹੋਏ, ਪਤਾ ਲੱਗਾ ਉਹਨਾਂ ਨੂੰ ਕਿ ਐਵੇਂ ਨਹੀਂ ਬੋਲੀਦਾ। ਇਸੇ ਤਰ੍ਹਾਂ ਕਿਸਾਨਾਂ ਦੀ, ਕਿਉਂਕਿ ਪਿੰਡਾਂ ਨਾਲ ਸੰਬੰਧਿਤ, ਦਿਹਾਤ ਨਾਲ ਸੰਬੰਧਿਤ ਇਹ ਕਿਸਾਨ ਬਹੁਤੇ ਹੁੰਦੇ ਨੇ, ਇਹਨਾਂ ਵਿੱਚੋਂ ਸੰਗਠਿਤ ਤੌਰ ਤੇ ਕੁਝ ਇਸ ਤਰ੍ਹਾਂ ਦੀ ਕੋਈ 1 ਜਾਂ 2 ਜਾਂ 3 ਜਥੇਬੰਦੀਆਂ ਨਿਕਲ ਕੇ ਸਾਹਮਣੇ ਨਹੀਂ ਆਈਆਂ। ਇਹ ਗੱਲ ਸਮਝਣ ਵਾਲੀ ਹੈ, ਬੁਰੀ ਲੱਗੇਗੀ ਕਈ ਕਿਸਾਨਾਂ ਨੂੰ, ਪਰ ਇੰਨੀ ਜ਼ਿਆਦਾ ਸਾਡੇ ਜਥੇਬੰਦੀਆਂ ਦਾ ਮੌਜੂਦ ਹੋਣਾ ਜਿਹੜਾ ਹੈ ਉਹ ਸਾਡੇ ਬਿਲਕੁਲ ਜਿਹੜਾ ਇੱਕ ਪ੍ਰੈਸ਼ਰ ਪਾਉਣ ਦੇ ਤਰੀਕੇ ਨੂੰ ਕਮਜ਼ੋਰ ਕਰਦਾ ਹੈ। ਇੱਥੇ ਅਸੀਂ ਜਿਹੜਾ ਹੈ ਪੇਤਲੇ ਪੈ ਜਾਂਦੇ ਹਾਂ ਤੇ ਫਿਰ ਸਾਨੂੰ ਲੱਗਦਾ ਕਿ ਨਹੀਂ, ਕਿ ਅਸੀਂ ਸਰਕਾਰ ਨਾਲ ਗੱਲ ਕਰਨੀ ਚਾਹੁੰਦੇ, ਤੇ ਸਰਕਾਰ ਜਦੋਂ ਗੱਲ ਕਰਨੀ ਚਾਹੁੰਦੇ ਤਾਂ ਫਿਰ ਇੱਕ ਧਿਰ ਹੈ, ਦੂਸਰੀ ਹੈ, ਤੀਸਰੀ ਹੈ, ਭਾਵੇਂ ਬਣੇ ਹੋਏ ਨੇ। ਕੋਆਪਰੇਟ ਸਿਸਟਮ ਜਿਹੜਾ ਸੁਸਾਇਟੀਆਂ ਦਾ ਸਿਸਟਮ ਸੀ, ਬੜਾ ਸੋਹਣਾ ਸੀ, ਹੌਲੀ ਹੌਲੀ ਉਹ ਵੀ ਖਤਮ ਹੋ ਗਿਆ। ਕਿਸਾਨਾਂ ਦੇ ਸੰਗਠਨ ਬਣ ਨਹੀਂ ਸਕੇ ਜਿਸ ਤਰ੍ਹਾਂ ਦੇ ਬਣ ਜਾਣੇ ਚਾਹੀਦੇ ਸੀ। ਮਿੱਲਾਂ ਹਨ, ਸ਼ੂਗਰ ਮਿੱਲਾਂ ਹਨ, ਉਹ ਕਿਸਾਨਾਂ ਤੋਂ ਗੰਨਾ ਖਰੀਦਦੀਆਂ ਨੇ, ਉਹਨਾਂ ਦਾ ਆਪਣਾ ਸੰਗਠਨ ਹੈ, ਆਪਣੇ ਹਿਸਾਬ ਨਾਲ ਉਹ ਮੀਟਿੰਗਾਂ ਕਰਦੀਆਂ ਨੇ, ਪੜਾਈ ਦਾ ਸੀਜ਼ਨ ਸ਼ੁਰੂ ਕਰਦੀਆਂ ਨੇ, ਖਤਮ ਕਰਦੀਆਂ ਨੇ, ਰੇਟ ਤੈਅ ਕਰਦੀਆਂ ਨੇ। ਪਰ ਕਿਸਾਨਾਂ ਦਾ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਜਿੱਥੇ ਕਣਕ ਦਾ ਰੇਟ ਤੈਅ ਕਰਨ ਵੇਲੇ ਇਹ ਗੱਲ ਸਾਹਮਣੇ ਆਈ ਸੀ, ਕਹਿੰਦੇ ਕਾਫੀ ਸਮਾਂ ਪਹਿਲਾਂ, ਕਿ ਪੰਜਾਬ ਦੇ ਇੱਕ ਮੁੱਖ ਮੰਤਰੀ ਜਦੋਂ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਬੈਠੇ ਹੋਏ ਸੀ, ਪੁਰਾਣੀ ਗੱਲ ਹੈ, ਤੇ ਕਣਕ ਦੇ ਰੇਟ ਵਾਸਤੇ ਕੇਂਦਰ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਕਈ ਸੂਬਿਆਂ ਦੇ ਮੰਤਰੀਆਂ ਨੂੰ ਪੁੱਛਿਆ, ਦੱਸੋ ਕਣਕ ਦਾ ਰੇਟ ਕਿੰਨਾ ਰੱਖੀਏ? ਤੇ ਪੰਜਾਬ ਦੇ ਮੁੱਖ ਮੰਤਰੀ ਉੱਠ ਕੇ ਖੜੇ ਹੋ ਗਏ, ਉਹ ਕਹਿੰਦੇ ਜੀ ਜਿਸ ਨੇ ਵੇਚਣੀ ਹੈ ਉਹਨੂੰ ਪੁੱਛੋ, ਜਿਹਨੇ ਪੈਦਾ ਕਰਨੀ ਉਹਨੂੰ ਤਾਂ ਪੁੱਛੋ, ਜਿਨ੍ਹਾਂ ਨੇ ਮੰਗ ਕੇ ਹੱਥ ਇਸ ਤਰ੍ਹਾਂ ਕਰਕੇ ਲੈਣੀ ਹੈ ਕਣਕ, ਤੁਸੀਂ ਉਹਨਾਂ ਨੂੰ ਰੇਟ ਪੁੱਛ ਰਹੇ ਹੋ, ਉਹਨੇ ਤਾਂ ਘੱਟ ਹੀ ਕਹਿਣਾ, ਸਾਨੂੰ ਪੁੱਛੋ। ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ, ਕੋਈ ਠੋਸ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਕਿਸਾਨਾਂ ਦੀ, ਜਾਂ ਠੋਸ ਨੀਤੀ, ਖੇਤੀ ਨੀਤੀ ਸਰਕਾਰ ਵੱਲੋਂ ਵਾਕਿਆ ਹੀ ਕਿਸਾਨਾਂ ਦੀ ਬਿਹਤਰੀ ਵਾਸਤੇ ਜਿਹੜੀ ਹੋਵੇ, ਇਹ ਨਹੀਂ ਕਿ ਮੁਫਤ ਬਿਜਲੀ ਤੇ ਫਲਾਨੀ ਚੀਜ਼ ਤੇ ਸਬਸਿਡੀ ਤੇ ਫਲਾਨੀ ਤੇ, ਖੇਤੀ ਨੀਤੀ ਪ੍ਰੋਪਰ ਨਹੀਂ ਬਣਾਈ ਗਈ, ਜਿਸ ਕਰਕੇ ਸਾਰਾ ਕੁਝ ਹੋ ਰਿਹਾ। ਤੇ ਕੁਲਦੀਪ ਜੀ, ਹੋਰ ਮੁੱਦੇ ਤੁਹਾਡੇ ਨਾਲ ਵਿਚਾਰਾਂਗੇ, ਪਰ ਇਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ 'ਚ ਮੁੱਦਿਆਂ ਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਇਸ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਹੀਰ ਸਾਹਿਬ, ਆਪਾਂ ਗੱਲ ਅਗਲੇ ਮੁੱਦੇ ਵੱਲ ਮੁੜੀਏ ਤਾਂ ਜੰਮੂ ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਉਣ ਦੇ ਅੱਜ 2 ਵਰ੍ਹੇ ਮੁਕੰਮਲ ਹੋ ਗਏ ਨੇ। ਇਹਨਾਂ 2 ਵਰ੍ਹਿਆਂ 'ਚ ਕੀ ਕੁਝ ਬਦਲਿਆ ਵੇਖ ਰਹੇ ਹੋ ਤੁਸੀਂ? ਸਿਰਫ ਕਾਗਜ਼ ਪੱਤਰ ਬਦਲੇ ਨੇ ਜੀ, ਜੇ ਸੱਚ ਪੁੱਛੋ ਤਾਂ। ਜੀ। ਜਿਹੜੀਆਂ ਲਕੀਰਾਂ ਖਿੱਚਣ ਦੀ ਗੱਲ ਕੇਂਦਰ ਸਰਕਾਰ ਨੇ ਕੀਤੀ ਸੀ ਜਾਂ ਆਰਟੀਕਲ 370 ਨੂੰ ਖਤਮ ਕਰਨ ਦੀ ਕੀਤੀ ਸੀ, ਜੀ, ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ ਰੋਜ਼ਗਾਰ ਦੇ ਜਾਂ ਕੋਈ ਉਹਨਾਂ ਨੂੰ ਕੋਈ ਖਾਸ ਰਿਆਇਤਾਂ ਦੇਣ ਦੇ, ਜੀ, ਉਹ ਵਾਅਦੇ ਪੂਰੇ ਨਹੀਂ ਹੋਏ। ਜੀ, ਹੁਣ ਰੋਜ਼ਗਾਰ ਦੇਣ ਦੇ ਵਾਅਦਿਆਂ ਪ੍ਰਤੀ ਪਿੱਛੇ ਜਿਹੇ ਖਬਰ ਆਈ ਸੀ ਕਿ ਜਿੰਨੀਆਂ ਪੋਸਟਾਂ ਸਰਕਾਰ ਨੇ ਕੱਢਣੀਆਂ ਸੀ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਗਈਆਂ ਭਾਈ, ਜੀ, ਕੋਵਿਡ ਕਰਕੇ ਜੀ ਅਸੀਂ ਕੱਢ ਨਹੀਂ ਸਕੇ। ਜੀ, ਕੋਵਿਡ ਦਾ ਦੌਰ ਚੱਲ ਰਿਹਾ ਸੀ ਤੇ ਅਸੀਂ ਉਹ ਪੋਸਟਾਂ ਜਿਹੜੀਆਂ ਸੀ ਇਸ ਕਰਕੇ ਨਹੀਂ, ਪਰ ਫਿਰ ਵੀ ਅਸੀਂ ਇੰਨੀਆਂ ਕੱਢੀਆਂ ਨੇ। ਜੀ, ਉਹ ਜਿਹੜੀਆਂ ਕੱਢੀਆਂ ਨੇ ਉਹਨਾਂ ਵਿੱਚੋਂ 70 ਤੋਂ 75% ਦੀ ਕਲਾਸ 4 ਦੇ ਕਾਮਿਆਂ ਜਾਂ ਉਸ ਤੋਂ ਥੱਲੇ ਦੀਆਂ ਪੋਸਟਾਂ ਸਨ। ਜੀ, ਰੁਜ਼ਗਾਰ ਦੇ ਮੌਕੇ ਉਹਨਾਂ ਨੂੰ ਜਿੰਨੇ ਦੇਣ ਦਾ ਹੀ ਗੱਲ ਕੀਤੀ ਗਈ ਸੀ ਜੀ, ਉਹ ਸਾਹਮਣੇ ਨਹੀਂ ਆਏ। ਜੀ, ਗੁਪਕਾਰ ਇੱਕ ਗੱਠਜੋੜ ਹੈ। ਜੀ, ਗੁਪਕਾਰ ਬੇਸਿਕਲੀ ਇੱਕ ਇਲਾਕਾ ਹੈ। ਜੀ, ਉਸ ਇਲਾਕੇ ਦੇ ਵਿੱਚ ਜਿੰਨੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਵੱਡੇ ਕਾਰਜ ਸਿਆਸਤਦਾਨ, ਕਈ ਕੇਂਦਰੀ ਮੰਤਰੀ ਜੀ, ਤੇ ਇਸ ਤਰ੍ਹਾਂ ਦੇ ਨੀਤੀ ਘਾੜਿਆਂ ਦਾ ਰਿਹਾਇਸ਼ੀ ਇਲਾਕਾ ਬੇਸਿਕਲੀ ਉਹ ਹੈ ਤੇ ਇਹ ਪੌਸ਼ ਏਰੀਆ ਵੀ ਹੈ ਤੇ ਸੁਰੱਖਿਅਤ ਏਰੀਆ ਵੀ ਹੈ, ਜੀ, ਜਿੱਥੇ ਆਮ ਤੌਰ ਤੇ ਜਿਹੜਾ ਹੈ ਇਸ ਤਰ੍ਹਾਂ ਕੋਈ ਚਿੜੀ ਫਟਕਣ ਨਹੀਂ ਦਿੱਤੀ ਜਾਂਦੀ। ਜੀ, ਤੇ ਆਰਟੀਕਲ 370 ਜਦੋਂ ਖਤਮ ਕੀਤਾ ਗਿਆ ਤੇ ਨਜ਼ਰਬੰਦ ਕਰ ਦਿੱਤਾ ਗਿਆ ਸਾਰਿਆਂ ਨੂੰ। ਜੀ, ਮੈਂ ਇੱਕ ਆਪਣੇ ਤੌਰ ਤੇ ਗੱਲ ਸਮਝਦਾ ਜੀ, ਕਿ ਭਾਵੇਂ ਉੱਥੇ ਲੋਕਾਂ ਨੂੰ ਉੱਥੇ ਉਹਨਾਂ ਦਾ ਮੋਬਾਈਲ ਨੈਟਵਰਕ ਜਿਹੜਾ ਸੀ ਬੰਦ ਕਰ ਦਿੱਤਾ ਜਾਂਦਾ, ਜੀ, ਡਾਟਾ ਸਲੋ ਕਰ ਦਿੱਤਾ ਜਾਂਦਾ, ਪਰ ਘੱਟੋ ਘੱਟ ਉਹਨਾਂ ਦੀ ਬੋਲਣ ਦੀ ਆਜ਼ਾਦੀ ਤੇ ਰੋਕ ਤਾਂ ਲੱਗੀ ਨਾ। ਜੀ, ਇੱਕ ਸਾਬਕਾ ਮੁੱਖ ਮੰਤਰੀ ਜਾਂ 2 ਸਾਬਕਾ ਮੁੱਖ ਮੰਤਰੀ, 3 ਸਾਬਕਾ ਮੁੱਖ ਮੰਤਰੀ ਜੀ, ਜਿਹੜੇ ਉਸ ਸੂਬੇ ਦੇ ਹੁਣ ਤੇ ਉਹਨਾਂ ਵਿੱਚੋਂ ਕਈ ਕੇਂਦਰੀ ਵਜ਼ੀਰ ਵੀ ਰਹਿ ਚੁੱਕੇ ਹੋਣ, ਜੀ, ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਵੇ, ਘਰ ਦੇ ਵਿੱਚ ਉਹਨਾਂ ਨੂੰ ਬਾਹਰ ਨਿਕਲਣ ਨਾ ਦਿੱਤਾ ਜਾਵੇ। ਜੀ, ਟਵੀਟ ਨਹੀਂ ਉਹ ਕਰ ਸਕਦੇ, ਕਿਤੇ ਵੀਡੀਓ ਨਹੀਂ ਪਾ ਸਕਦੇ, ਕਿਤੇ ਬਿਆਨ ਨਹੀਂ ਦੇ ਸਕਦੇ, ਕਿਸੇ ਨੂੰ ਮਿਲ ਨਹੀਂ ਸਕਦੇ, ਬਾਹਰਲਾ ਕੋਈ ਪੱਤਰਕਾਰ ਉੱਥੇ ਜਾ ਨਹੀਂ ਸਕਦਾ। ਜੀ, ਜੇ ਸਾਡੇ ਕੋਈ ਦੇਸ਼ ਦਾ ਵੀ ਲੀਡਰ ਕੋਈ ਹੋਰ ਕੋਈ ਉੱਥੇ ਜਾਣਾ ਚਾਹੁੰਦਾ, ਉਸ ਨੂੰ ਵੀ ਬਾਰਡਰ ਤੋਂ ਮੋੜਿਆ ਜਾਂਦਾ ਜਾਂ 에ਅਰਪੋਰਟ ਤੋਂ ਮੋੜ ਦਿੱਤਾ ਜਾਂਦਾ ਹੈ। ਜੀ, ਤੇ ਜੇ ਕੋਈ ਸਾਡਾ ਕੇਂਦਰੀ ਸਾਬਕਾ ਵਜ਼ੀਰ ਜਾਂ ਕੋਈ ਮੰਤਰੀ ਜਾਂ ਆਪੋਜੀਸ਼ਨ ਦਾ ਵਿਰੋਧੀ ਧਿਰ ਦਾ ਆਗੂ ਉੱਥੇ ਜਾਂਦਾ ਹੈ ਜੀ, ਤੇ ਉਹਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਸਿਆਸਤ ਨਹੀਂ ਕਰਨੀ ਇੱਥੇ, ਭਾਈ ਜਾਓ। ਜੀ, ਠੀਕ ਹੈ, ਉਹ ਸਿਆਸਤ ਚਮਕਾਉਣ ਜਾਂਦੇ ਹੋਣ, ਜੀ, ਪਰ ਉੱਥੇ ਕੀ ਕਰਨ ਜਾਂਦੇ ਨੇ, ਉਹਨਾਂ ਨੂੰ ਅਧਿਕਾਰ ਹੈ। ਜੀ, ਜੇ ਕਸ਼ਮੀਰ ਨੂੰ ਤੁਸੀਂ ਦੇਸ਼ ਦਾ ਅਭਿੰਨ ਹਿੱਸਾ ਬਣਾ ਲਿਆ ਜੀ, ਤੇ ਇਸ ਗੱਲ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤੇ ਜਦੋਂ ਕੋਈ ਕਸ਼ਮੀਰ ਜਾਂਦਾ ਹੈ ਤੇ ਉੱਥੇ ਦੇ ਵਸਨੀਕ ਪੁੱਛਦੇ ਨੇ ਤੁਸੀਂ ਇੰਡੀਆ ਤੋਂ ਆਏ ਹੋ, ਜੀ, ਤੁਸੀਂ ਹਿੰਦੁਸਤਾਨ ਤੋਂ ਆਏ, ਭਾਰਤ ਤੋਂ ਆਏ ਹੋ, ਜੀ, ਤੇ ਕਿਸੇ ਨੂੰ ਟਾਈਮ ਪੁੱਛਿਆ ਜਾਂਦਾ ਤੇ ਉਹ ਪਾਕਿਸਤਾਨ ਦਾ ਦੱਸਦਾ। ਜੀ। ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਸੀ। ਜੀ, ਜੇ ਉਹਨਾਂ ਸਾਰੀਆਂ ਗੱਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਜੀ, ਤੇ ਉਹਨਾਂ ਨੂੰ ਅਪਣਾਓ ਤੇ ਸਹੀ, ਜੀ, ਉਹਨਾਂ ਨੂੰ ਆਪਣੇ ਤੇ ਕਹੋ। ਜੀ, ਸਾਨੂੰ ਸਿਰਫ ਕਸ਼ਮੀਰ ਦਾ ਸੇਬ ਤਾਂ ਨਹੀਂ ਚਾਹੀਦਾ। ਜੀ, ਤੇ ਪੰਜਾਬੀਆਂ ਨੇ ਕੀ ਵਾਹਵਾ ਖੱਟੀ ਸੀ ਉਦੋਂ, ਜੀ, ਕਿਸ ਗੱਲ ਦਾ ਰੌਲਾ ਪਾਇਆ ਸੀ ਕਿ ਅਸੀਂ ਸੁੰਦਰ ਗੋਰੇ ਰੰਗ ਵਾਲੀਆਂ ਕਸ਼ਮੀਰ ਨਾਲ ਸਾਡੇ ਵਿਆਹ ਹੋਣਗੇ ਜੀ, ਤੇ ਅਸੀਂ ਉੱਥੇ ਪ੍ਰਾਪਰਟੀ ਖਰੀਦਾਂਗੇ, ਪਲਾਟ ਖਰੀਦਾਂਗੇ ਸ਼੍ਰੀਨਗਰ ਵਿੱਚ। ਜੀ, ਕਿੰਨੇ ਕੁ ਦੇ ਵਿਆਹ ਹੋਏ ਤੇ ਕਿੰਨੇ ਕੁ ਪਲਾਟ ਖਰੀਦ ਲਏ। ਜੀ, ਤੇ ਇਹੋ ਜਿਹੀਆਂ ਘਟੀਆਂ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਸੀ। ਜੀ, 370 ਖਾਰਜ ਕਰਕੇ ਇਸ ਤਰ੍ਹਾਂ ਜਸ਼ਨ ਮਨਾਇਆ ਗਿਆ ਇੰਡੀਆ ਵਿੱਚ ਜਿਵੇਂ ਪਤਾ ਨਹੀਂ ਕਿਹੜੀ ਜੰਗ ਜਿੱਤ ਲਈ ਹੋਵੇ। ਤੇ ਕੁਲਦੀਪ ਜੀ, ਜਸ਼ਨ ਦੀ ਤੁਸੀਂ ਗੱਲ ਕੀਤੀ ਹੈ ਨਾ, ਤੇ ਉੱਥੇ ਅੱਜ ਤੋਂ ਜਸ਼ਨ ਸ਼ੁਰੂ ਹੋ ਰਹੇ ਨੇ, 15 ਅਗਸਤ ਤੱਕ ਚੱਲਣੇ ਨੇ। ਹਰ ਘਰ ਤੇ ਤਿਰੰਗਾ ਝੰਡਾ ਲਹਿਰਾਉਣ ਦਾ ਹੁਕਮ ਹੈ ਤੇ ਇਥੋਂ ਤੱਕ ਕਿ ਲਾਲ ਚੌਕ ਜਿਹੜਾ ਕਦੀ ਸਾਰਿਆਂ ਦੇ ਨਿਸ਼ਾਨੇ ਤੇ ਹੁੰਦਾ ਸੀ, ਉੱਥੇ ਵੀ ਤਿਰੰਗਾ ਲਹਿਰਾਇਆ ਜਾ ਰਿਹਾ। ਲਹਿਰਾਏਗਾ, ਠੀਕ ਹੈ, ਪਰ ਲੋਕਾਂ ਦੀ ਆਵਾਜ਼ ਇੰਨੀ ਦੇਰ ਤੱਕ ਦਬ ਕੇ ਨਹੀਂ ਰੱਖੀ ਜਾਣੀ ਚਾਹੀਦੀ। ਮੈਂ ਇਹਨੂੰ ਸਿੱਧੇ ਤੌਰ ਤੇ ਬਿਲੀਵ ਕਰਦਾ। ਗੁਪਕਾਰ ਦੇ ਲੋਕ ਜਦੋਂ ਉੱਥੇ ਫਿਰ ਉਹਨਾਂ ਤੇ ਥੋੜੀਆਂ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਤੇ ਉਹ ਲੋਕ ਇਕੱਠੇ ਹੋਏ ਜੀ, ਤੇ ਉਸ ਨੂੰ ਗੁਪਕਾਰ ਗੱਠਜੋੜ ਦੀ ਬਜਾਏ ਉਸ ਨੂੰ ਗੁਪਕਾਰ ਗੈਂਗ ਦਾ ਨਾਮ ਦਿੱਤਾ ਗਿਆ ਜੀ, ਭਾਜਪਾ ਦੇ ਵਜ਼ੀਰਾਂ ਵੱਲੋਂ, ਸਾਡੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ, ਜੀ, ਕਿ ਇਹ ਤਾਂ ਗੈਂਗ ਹੈ, ਇਹ ਤੇ ਲੋਕ ਭਾਰਤ ਵਿਰੋਧੀ ਨੇ, ਭਾਰਤ ਦੇ ਵਿਰੋਧ ਦੀਆਂ ਗੱਲਾਂ ਕਰਦੇ ਨੇ, ਦੇਸ਼ ਧਰੋਹੀ ਨੇ। ਜੀ, ਕਿਹੜਾ ਜਿਹੜਾ ਸੀ ਉਹਨਾਂ ਨੂੰ ਨਾਮ ਜਿਹੜਾ ਸੀ ਉਹ ਨਹੀਂ ਦਿੱਤਾ ਗਿਆ। ਜੀ, ਪਰ ਉਸ ਤੋਂ ਬਾਅਦ ਜਦੋਂ ਸਰਕਾਰ ਨੇ ਕਿਹਾ ਕਿ ਹੁਣ ਕੁਝ ਕਰੀਏ ਮਾੜਾ ਜਿਹਾ, ਜੀ, ਉਸੇ ਗੁਪਕਾਰ ਦੇ ਰਿਹਾਇਸ਼ੀਆਂ ਨੂੰ ਤੇ ਗੁਪਕਾਰ ਸੋ ਕਾਲਡ ਗੈਂਗ ਨੂੰ ਬੁਲਾ ਕੇ ਜੀ, ਤੇ ਨਰਿੰਦਰ ਮੋਦੀ ਮਿਲਦੇ ਨੇ ਤੇ ਮੀਟਿੰਗਾਂ ਦਾ ਦੌਰ ਚੱਲਦਾ। ਜੀ, ਉਹ ਵੀ ਆਉਂਦੇ ਨੇ। ਉਮਰ ਅਬਦੁੱਲਾ
ਜਦੋਂ ਇੰਨੀ ਦੇਰ ਨਾਰਾਜ਼ ਅੰਦਰ ਰਹਿੰਦੇ ਨੇ, ਬੰਦ ਰਹਿੰਦੇ ਨੇ ਤੇ ਨਾਰਾਜ਼ ਨੇ ਕਿ ਮੈਂ ਕਿਸੇ ਗੱਲ ਵਿੱਚ ਸ਼ਾਮਲ ਨਹੀਂ ਹੋਣਾ, ਉਹ ਹੁਣ ਕਹਿ ਰਹੇ ਨੇ ਕਿ ਦੇਖੋ ਮੈਂ ਇੱਕ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਤੇ ਇੱਕ ਰਾਜਨੀਤੀਵਾਨ ਹੋਣ ਦੇ ਨਾਤੇ ਚੁੱਪ ਰਹਿਣਾ ਮੇਰਾ ਫਰਜ਼ ਨਹੀਂ ਹੈ, ਮੈਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਤੇ ਸਾਡੇ ਹੱਕਾਂ ਲਈ ਜਦੋਜਹਿਦ ਚੱਲਦੀ ਰਹਿਣੀ ਚਾਹੀਦੀ ਹੈ। ਉਹਨਾਂ ਵਿੱਚੋਂ ਕਈਆਂ ਨੇ ਆਖਿਆ ਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸੰਵਿਧਾਨ ਦੀ ਉਲੰਘਣਾ ਨਾ ਕਰਕੇ ਸਰਕਾਰ ਨੂੰ ਸੋਚਣ ਤੇ ਮਜਬੂਰ ਕਰਾਂਗੇ ਕਿ 370 ਤੇ ਜਿਹੜਾ ਜੰਮੂ ਕਸ਼ਮੀਰ ਦਾ ਨਕਸ਼ਾ ਬਦਲ ਕੇ ਉਹਨਾਂ ਨੇ ਸਹੀ ਨਹੀਂ ਕੀਤਾ। ਪਰ ਉਹ ਮੀਟਿੰਗ ਤੇ ਚੱਲੀ ਤੇ ਉਸ ਨੂੰ ਚੰਗੀ ਸ਼ੁਰੂਆਤ ਵਜੋਂ ਦੱਸਿਆ ਗਿਆ, ਪਰ ਅਜੇ ਤੱਕ ਕੁਝ ਹੋਇਆ ਦਿਸਦਾ ਉੱਥੇ ਗਰਾਊਂਡ ਲੈਵਲ ਤੇ ਨਹੀਂ। ਸਰਕਾਰ ਕੋਲ ਫੰਡਸ ਕਿੰਨੇ ਨੇ, ਸਰਕਾਰ ਰਿਆਇਤਾਂ ਕਿੰਨੀਆਂ, ਇੱਕ ਐਕਸਪ੍ਰੈਸ-ਵੇ ਜ਼ਰੂਰ ਦਿੱਲੀ ਤੋਂ ਕਟੜਾ ਨੂੰ ਬਣ ਰਿਹਾ ਤੇ ਉਸ ਦਾ ਜਿਹੜਾ ਮੁਆਵਜ਼ੇ ਦਾ ਰੌਲਾ ਪਿਆ ਹੋਇਆ ਕਿ ਪੰਜਾਬ ਵਿੱਚੋਂ ਜ਼ਮੀਨਾਂ ਜਿਹੜੀਆਂ ਨੇ ਲੋਕਾਂ ਤੋਂ ਲਈਆਂ ਜਾ ਰਹੀਆਂ ਨੇ, ਰੋਜ਼ ਅਖਬਾਰਾਂ ਭਰੀਆਂ ਹੁੰਦੀਆਂ ਨੇ, ਫਰਦਾਂ ਲੱਗੀਆਂ ਨੇ, ਉਸ ਦਾ ਮੁਆਵਜ਼ਾ ਪੂਰਾ ਨਹੀਂ ਮਿਲ ਰਿਹਾ। ਉਹ ਨਵਾਂ ਹਾਈਵੇ ਤੇ ਚਲੋ ਹੋ ਜਾਏਗਾ ਸ਼ੁਰੂ ਜਦੋਂ ਹੋਣਾ ਹੈ, ਪਰ ਲੋਕਾਂ ਨੂੰ ਜਿਹੜੀਆਂ ਉਹਨਾਂ ਦੇ ਹੱਕਾਂ ਦੀ ਜਿਹੜੀ ਇੱਕ ਮੈਂ ਸਮਝਦਾ ਕਿ ਉਲੰਘਣਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਆਵਾਜ਼ ਜਿਹੜੀ ਆਪਣੀ ਉਹਨਾਂ ਦੀ ਬੁਲੰਦ ਉਹ ਰੋਕਣੀ ਨਹੀਂ ਚਾਹੀਦੀ। ਆਵਾਜ਼ ਉਹ ਕਰ ਸਕਣ, ਆਪਣੀ ਗੱਲ ਕਰਨ ਤੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਵੱਧ ਤੋਂ ਵੱਧ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਆ। ਪਾਬੰਦੀਆਂ ਦਾ ਦੌਰ ਜੇ ਅਜੇ ਵੀ ਉੱਥੇ ਕੁਝ ਹਨ ਤੇ ਉਹਨਾਂ ਨੂੰ ਇਮੀਡੀਏਟਲੀ ਖਤਮ ਕਰ ਦੇਣਾ ਚਾਹੀਦਾ। ਤੇ ਕੁਲਦੀਪ ਜੀ, ਹੁਣ ਗੱਲ ਸਰਕਾਰ ਦੇ ਨੁਕਤੇ ਦੀ ਕਰਦੇ ਹਾਂ, ਜਿਸ ਮੁੱਦੇ ਤੇ ਵਿਰੋਧੀ ਉਹਨਾਂ ਨੂੰ ਘੇਰ ਰਹੇ ਨੇ, ਉਹ ਪੈਗਾਸਸ ਜਾਸੂਸੀ ਦਾ ਮਾਮਲਾ ਹੈ ਤੇ ਮਾਮਲੇ 'ਚ ਹੁਣ ਹੋਰ ਕੀ ਖੁਲਾਸਾ ਹੋ ਗਿਆ? ਖੁਲਾਸਾ ਭਾਰਤ ਸਰਕਾਰ ਤੇ ਕਹਿੰਦੀ ਹੈ ਜੀ ਕਿ ਇਹ ਨੌਨ ਇਸ਼ੂ ਆ ਤੇ ਨੌਨ ਸੀਰੀਅਸ ਇਸ਼ੂ ਆ, ਇਹ ਮੁੱਦਾ ਹੀ ਕੋਈ ਨਹੀਂ ਤੇ ਇਹਦੇ ਬਾਰੇ ਗੱਲ ਕਰਨੀ ਵਾਜਬ ਹੀ ਨਹੀਂ। ਅਸੀਂ ਲੋਕ ਸਭਾ 'ਚ ਇਹਦੀ ਗੱਲ ਨਹੀਂ ਕਰਨੀ, ਸਾਡੇ ਨਾਲ ਲੋਕ ਮੁੱਦਿਆਂ ਤੇ ਗੱਲ ਕਰੋ, ਅਸੀਂ ਉਹ ਤੇ ਗੱਲ ਕਰਨੇ ਨੂੰ ਤਿਆਰ। ਉੱਤੇ ਵੀ ਤਾਂ ਤਿਆਰ ਨਹੀਂ ਹੈਗੇ, ਕਿਸਾਨੀ ਮੁੱਦੇ ਤੇ ਗੱਲ ਕਰਨ ਲਈ ਤਿਆਰ ਨਹੀਂ, ਹੋਰ ਮੁੱਦੇ ਨੇ ਵਿਰੋਧੀ ਪਾਰਟੀਆਂ ਦੇ, ਉਹਦੀ ਵੀ ਸੁਣਨ ਲਈ ਤਿਆਰ ਨਹੀਂ ਜੀ। ਉਹ ਬੇਸਿਕਲੀ ਉਹਨਾਂ ਕੋਲ ਸਟਰੈਂਥ ਇੰਨੀ ਹੈ ਜੀ, ਔਰ ਸਾਡੀ ਲੋਕ ਸਭਾ ਦੇ ਵਿੱਚ ਖਾਸ ਤੌਰ ਤੇ ਕਿ ਉਹ ਕਿਸੇ ਦੀ ਸੁਣਨੇ ਨੂੰ ਤਿਆਰ ਨਹੀਂ। ਉਹਨਾਂ ਦਾ ਕੋਰਮ ਪੂਰਾ ਹੋ ਜਾਂਦਾ ਤੇ ਉਹ ਜੋ ਮਰਜ਼ੀ ਕਰ ਸਕਦੇ ਨੇ, ਬਿੱਲ ਪਾਸ ਰੋਜ਼ ਹੋ ਰਹੇ ਨੇ। ਹੁਣ ਅਸਲ ਜਿਹੜਾ ਇਸ ਦੇ ਵਿੱਚ ਵਿਲਨ ਦੇ ਤੌਰ ਤੇ ਜਿਹੜਾ ਕੰਟਰੀ ਨਿਕਲ ਕੇ ਸਾਹਮਣੇ ਆ ਰਿਹਾ ਉਹ ਇਜ਼ਰਾਈਲ ਹੈ। ਇਜ਼ਰਾਈਲ ਨਾਲ ਭਾਰਤ ਦੀ ਸਾਂਝ ਰਹੀ ਵੀ ਹੈ ਤੇ ਸਾਂਝ ਫਲਸਤੀਨ ਨਾਲ ਵੀ ਰਹੀ ਹੈ ਤੇ ਹੋਰਨਾਂ ਉਹਨਾਂ ਮੁਲਕਾਂ ਨਾਲ ਵੀ ਰਹੀ ਹੈ ਜੋ ਇਜ਼ਰਾਈਲ ਦੇ ਵਿਰੋਧੀ ਸਨ। ਫਲਸਤੀਨ ਦੇ ਨਾਲ ਇੰਦਰਾ ਗਾਂਧੀ ਦੇ ਸਮੇਂ ਤੇ ਬੜੇ ਚੰਗੇ ਸੰਬੰਧ ਸਨ, ਪਰ ਇਜ਼ਰਾਈਲ ਜਦੋਂ ਤੋਂ ਆਪਣੇ ਆਪ ਨੂੰ ਇੱਕ ਮੁਲਕ ਵਜੋਂ ਜਦੋਂ ਉਸਨੇ ਉਭਾਰ ਲਿਆ ਤੇ ਦੁਨੀਆ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਤੇ ਇਜ਼ਰਾਈਲ ਨੇ ਸਾਰੀ ਦੁਨੀਆ ਦੀ ਇਕਨੋਮਿਕਸ ਤੇ ਕੰਟਰੋਲ ਕਰ ਲਿਆ ਤੇ ਹਥਿਆਰ ਵੀ ਬਣਾਉਣ ਲੱਗ ਪਏ ਤੇ ਉਹਨਾਂ ਨੇ ਆਪਣੀਆਂ ਚਮਦੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਤੇ ਜਦੋਂ ਉੱਥੇ ਕੁਝ ਇਹੋ ਜਿਹਾ ਲੀਡਰ ਆ ਗਿਆ ਇਜ਼ਰਾਈਲ ਦੇ ਵਿੱਚ ਤੇ ਜੋ ਕਹਿੰਦੇ ਸੀ ਕਿ ਜੇ ਸ਼ਾਂਤੀ ਨਾਲ ਮਸਲਾ ਨਾ ਹੱਲ ਹੁੰਦਾ, ਜਿਹੜਾ ਨਹੀਂ ਹੋਇਆ ਇੰਨੇ ਸਮੇਂ ਤੋਂ, ਉਸ ਨੂੰ ਫਿਰ ਅਸੀਂ ਜੁੱਤੀ ਦੇ ਜ਼ੋਰ ਨਾਲ ਹੱਲ ਕਰਾਂਗੇ ਤੇ ਉਹ ਕਰਨ ਦਾ ਯਤਨ ਕਰਦੇ ਰਹੇ। ਹਰ ਹੱਥ ਕੰਡਾ ਉਹਨਾਂ ਵੱਲੋਂ ਅਪਣਾਇਆ ਗਿਆ। ਬਹੁਤ ਸਾਰੇ ਦੇਸ਼ ਜਿਹੜੇ ਸੀ ਦਰਸ਼ਕ ਬਣ ਕੇ ਚੁੱਪ ਕਰਕੇ ਵੇਖਦੇ ਰਹੇ। ਫਿਰ ਹੁਣ 50,000 ਲੋਕਾਂ ਦੀ ਸੂਚੀ ਜਿਹੜੀ ਹੈ, ਇਹ ਇੱਕ ਪ੍ਰੈਸ ਦਾ, ਇੱਕ ਦੁਨੀਆ ਭਰ ਦੇ ਮੀਡੀਆ ਦਾ ਇੱਕ ਸੰਗਠਨ ਹੈ ਬੇਸਿਕਲੀ। ਉਹਨਾਂ ਨੇ ਇਹ ਸੂਚੀਆਂ ਜਿਹੜੀਆਂ ਸੀ ਉਹ ਕੱਢੀਆਂ ਕਿ ਇਸ ਤਰ੍ਹਾਂ ਦੀ ਇੱਕ ਕੰਪਨੀ ਹੈ ਇਜ਼ਰਾਈਲ ਦੀ ਜਿਹੜੀ ਪੈਗਾਸਸ ਨਾਂ ਦਾ ਸੌਫਟਵੇਅਰ, ਜਾਂ ਸੌਫਟਵੇਅਰ ਕਾਹਦਾ ਜਸੂਸ ਹੈ, ਤੁਰਿਆ ਫਿਰਦਾ ਜਸੂਸ ਜਿਹੜਾ ਉਹਨਾਂ ਨੇ ਬਣਾ ਦਿੱਤਾ ਹੈ ਤੇ ਜਿਹੜਾ ਉਹਨਾਂ ਨੂੰ ਗੱਫਾ ਡਾਲਰਾਂ ਦਾ ਦਿੰਦਾ ਹੈ ਤੇ ਉਹਦੀ ਜੇਬ ਵਿੱਚੋਂ ਪਾ ਦਿੰਦੇ ਨੇ ਤੇ ਉਹ ਫਿਰ ਜਿੱਥੇ ਹੋ ਜਾਂਦਾ ਹੈ ਜਸੂਸੀ ਉਹਦੀ ਪੂਰੀ ਦੀ ਪੂਰੀ ਹੁੰਦੀ ਹੈ। ਹੁਣ ਬੈਨਯਾਮਿਨ ਨੇਤਨਯਾਹੂ ਜਿਹੜੇ ਪਿਛਲੇ ਪ੍ਰਧਾਨ ਮੰਤਰੀ ਸੀ, ਜਿਨ੍ਹਾਂ ਨੂੰ ਹੁਣ ਗੱਦੀ ਛੱਡਣੀ ਪਈ ਹੈ ਕੁਝ ਦਿਨ ਪਹਿਲਾਂ, ਉਹਨਾਂ ਨੇ ਕਹਿੰਦੇ ਜਦੋਂ ਫਰਾਂਸ ਦਾ ਦੌਰਾ ਕੀਤਾ ਜਾਂ ਹੋਰ ਕਈ ਮੁਲਕਾਂ ਦੇ ਦੌਰੇ ਜਿੱਥੇ ਉਹ ਗਏ ਤੇ ਉੱਥੇ ਉਹ ਆਪਣਾ ਸੌਫਟਵੇਅਰ ਵੇਚ ਕੇ ਆਏ ਨੇ ਤੇ ਉੱਥੇ ਲੋਕਾਂ ਦੀ ਜਸੂਸੀ ਹੋਣੀ ਸ਼ੁਰੂ ਹੋਈ ਹੈ, ਜਿਸ ਦੇ ਵਿੱਚ ਸਿਆਸਤਦਾਨ ਨੇ, ਸਮਾਜਿਕ ਕਾਰਕੁਨ ਨੇ, ਪੱਤਰਕਾਰ ਨੇ, ਲੇਖਕ ਨੇ, ਪਤਾ ਨਹੀਂ ਕੌਣ ਦੁਨੀਆ ਦਾ ਜਿਹੜੇ ਲੋਕ ਜਿਹੜੇ ਇੱਦਾਂ ਦੇ, ਫਰਾਂਸ ਦੇ ਰਾਸ਼ਟਰਪਤੀ ਦਾ ਨਾਮ ਵੀ ਆਉਂਦਾ, ਉਹਨਾਂ ਦੀ ਜਸੂਸੀ ਹੋਈ ਆ ਔਰ ਚੰਗੀ ਤਰ੍ਹਾਂ ਹੋਈ ਹੈ। ਭਾਰਤ ਦੀ ਜਸੂਸੀ ਵੀ ਹੋਈ ਹੈ ਤੇ ਭਾਰਤ ਬਾਰੇ ਉੱਥੇ ਦੇ ਇੱਕ ਅਖਬਾਰ ਦੇ ਟੈਕਨੀਕਲ ਜਿਹੜੇ ਉਹਨਾਂ ਦੇ ਐਡੀਟਰ ਨੇ, ਉਹਨਾਂ ਨੇ ਇਹ ਖੁਲਾਸਾ ਕੀਤਾ ਇੱਕ ਮੀਡੀਆ ਨਾਲ ਗੱਲਬਾਤ ਉਸ ਗਰੁੱਪ ਦੇ ਥਰੂ ਜਿਸ ਨੇ ਪਹਿਲਾਂ ਸੂਚੀ ਦਾ ਖੁਲਾਸਾ ਕੀਤਾ ਸੀ ਕਿ ਇਹ ਭਾਰਤ ਨੂੰ ਸੂਚੀ ਉਦੋਂ ਮਿਲੀ ਹੈ ਜਦੋਂ ਨਰਿੰਦਰ ਮੋਦੀ ਇੱਥੇ ਗੇੜਾ ਲਾ ਕੇ ਗਏ ਨੇ। ਅੱਛਾ ਜੀ। ਤੇ ਨਰਿੰਦਰ ਮੋਦੀ ਦੇ ਗੇੜਾ ਲਾਉਣ ਤੋਂ ਬਾਅਦ ਹੀ ਫਿਰ ਭਾਰਤ ਦੇ ਵਿੱਚ ਜਿਹੜੀ ਸੀ ਉਹ ਲਿਸਟ ਆਈ ਹੈ ਤੇ ਉਸ ਦੇ ਸਿਆਸਤਦਾਨਾਂ ਦੇ, ਜਿਸ ਦੇ ਵਿੱਚ ਬੰਗਾਲ ਦੇ ਕਈ ਆਗੂ ਨੇ, ਰਾਹੁਲ ਗਾਂਧੀ ਨੇ, ਪ੍ਰਸ਼ਾਂਤ ਕਿਸ਼ੋਰ, ਆਪਣੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਹੋਰ ਪੱਤਰਕਾਰ ਤੇ ਪਤਾ ਨਹੀਂ ਕੌਣ ਸਾਰਿਆਂ ਦੀ ਜਸੂਸੀ ਜਿਹੜੀ ਹੈ ਉਹ ਰੱਜ ਕੇ ਹੋਈ ਹੈ। ਸੋ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਇਜ਼ਰਾਈਲ ਇਸ ਮਾਮਲੇ ਤੇ ਜਵਾਬਦੇਹ ਹੈ ਕਿ ਅਜੇ ਵੀ ਇਹ ਸੌਫਟਵੇਅਰ ਵਰਤ ਹੋ ਰਿਹਾ ਜਾਂ ਹੁਣ ਉਹ ਰੁਕ ਜਾਣਗੇ। ਰੋਕਿਆ ਤਾਂ ਉਹਨਾਂ ਨੇ ਖੁਦ ਹੈ, ਕਹਿ ਕੇ ਇਸ ਦੀ ਦੁਰਵਰਤੋਂ ਹੋਈ ਹੈ, ਸੱਚੇ ਬਣਨ ਦਾ ਯਤਨ ਕਰ ਰਹੇ ਨੇ
ਪਰ ਸੱਚੇ ਬਣਿਆ ਨਹੀਂ ਜਾਣਾ, ਖਿਚਾਈ ਅਜੇ ਹੋਣੀ ਹੈ। ਭਾਰਤ ਦੇ ਵਿੱਚ ਵੀ ਐਡੀਟਰਸ ਗਿਲਡ ਜਿਹੜੀ ਐਸੋਸੀਏਸ਼ਨ ਹੈ, ਹਾਲਾਂਕਿ ਉਸ ਦੇ ਬਾਰੇ ਵੀ ਪਿੱਛੇ ਰੌਲਾ ਪੈ ਗਿਆ ਸੀ ਕਿ ਧੱਕੇ ਨਾਲ ਸਰਕਾਰ ਨੇ ਅਰਨਬ ਗੋਸਵਾਮੀ ਨੂੰ ਉਸ ਦਾ ਪ੍ਰਧਾਨ ਬਣਾ ਦਿੱਤਾ ਸੀ, ਜੋ ਕਿ ਜਾਇਜ਼ ਨਹੀਂ ਸੀ। ਉਸ ਦੇ ਵਿੱਚ ਚੰਗੇ ਚੰਗੇ ਘਾਹ ਪੁਰਾਣੇ ਜਿਹੜੇ ਪੱਤਰਕਾਰ ਉਹ ਹੋਇਆ ਕਰਦੇ ਨੇ, ਤੇ ਉਸ ਦੀ ਸਾਖ ਬਹਾਲ ਹੋਵੇ ਤੇ ਫਿਰ ਇਸ ਦੀ ਜਾਂਚ ਹੋਵੇ, ਫਿਰ ਪਤਾ ਲੱਗੇਗਾ ਕਿ ਕਿਹੜੀ ਜਸੂਸੀ ਹੋਈ ਤੇ ਇਜ਼ਰਾਈਲ ਦਾ ਕੀ ਰੋਲ ਸੀ ਤੇ ਭਾਰਤ ਸਰਕਾਰ ਦਾ ਕੀ ਰੋਲ ਹੈ, ਫਰਾਂਸ ਸਰਕਾਰ ਦਾ ਕੀ ਤੇ ਅਮਰੀਕਾ ਦਾ ਕੀ ਹੈ। ਜੀ ਤੇ ਕੁਲਦੀਪ ਜੀ, ਜਿਵੇਂ ਤੁਸੀਂ ਪੈਗਸਸ ਜਸੂਸੀ ਮਾਮਲੇ ਨੂੰ ਬਿਆਨ ਕੀਤਾ ਹੈ ਨਾ, ਮੇਰੇ ਮਨ 'ਚ ਇੱਕ ਸਵਾਲ ਹੈ, ਪਰ ਉਹ ਸਵਾਲ ਮੈਂ ਤੁਹਾਡੇ ਕੋਲੋਂ ਬ੍ਰੇਕ ਤੋਂ ਬਾਅਦ ਪੁੱਛਾਂਗੀ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਮੇਰੇ ਮਨ 'ਚ ਜਿਹੜਾ ਸਵਾਲ ਸੀ ਨਾ, ਉਹ ਇਹ ਹੈ, ਜਿਵੇਂ ਤੁਸੀਂ ਸਾਰੇ ਮਾਮਲੇ ਦਾ ਖੁਲਾਸਾ ਕੀਤਾ ਨਾ, ਫਿਲਮੀ ਦੁਨੀਆ ਦੇ ਵਿੱਚ ਤਾਂ ਅਸੀਂ ਆਮ ਤੌਰ ਤੇ ਕੋਈ ਨਾ ਕੋਈ ਫਿਲਮ ਦੇਖੋ ਤੇ ਇਹੋ ਜਿਹੇ ਮਾਮਲੇ ਸਾਹਮਣੇ ਆ ਜਾਂਦੇ ਨੇ। ਕਿਆ ਇਹ ਫਿਲਮੀ ਦੁਨੀਆ ਤੋਂ ਪ੍ਰਭਾਵਿਤ ਸਾਰਾ ਮਾਮਲਾ ਹੈ ਕਿ ਫਿਲਮੀ ਦੁਨੀਆ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੀ ਹੈ? ਸ਼ਾਇਦ ਕਿਸੇ ਨੂੰ ਕਿਸੇ ਚੰਗੀਆਂ ਗੱਲਾਂ ਦਾ ਵੀ ਕੋਈ ਅਹਿਸਾਸ ਹੋਇਆ ਹੋਵੇ ਜੀ, ਪਰ ਆਮ ਤੌਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਨੇ ਨਾ ਜੀ ਨਿਕਲ ਕੇ ਸਾਹਮਣੇ ਦੁਨੀਆ ਭਰ ਤੋਂ, ਭਾਰਤ ਦੀ ਨਹੀਂ, ਕਿ ਕੋਈ ਗੇਮ ਸੀ, ਵੀਡੀਓ ਗੇਮ, ਤੇ ਫਲਾਣੇ ਥਾਂ ਤੇ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ, ਜਾਂ ਫਲਾਣਾ ਛਾਲ ਮਾਰ ਦਿੱਤੀ, ਜਾਂ ਕਾਰ ਭਜਾ ਕੇ ਘਰੋਂ ਛੋਟੇ ਬੱਚੇ ਨੇ ਕਿਸੇ ਚੀਜ਼ ਦੇ ਵਿੱਚ ਮਾਰੀ ਜਾਂ ਲੈ ਕੇ ਦੌੜ ਗਿਆ, ਜਾਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸੀ ਉਹ ਗੇਮਾਂ ਤੋਂ ਪ੍ਰਭਾਵਿਤ ਹੋ ਕੇ ਹੋਈਆਂ। ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਨੇ, ਕਤਲ ਹੁੰਦੇ ਨੇ ਦੁਨੀਆ ਵਿੱਚ, ਤੇ ਹੌਲੀ ਹੌਲੀ ਸਟੋਰੀ ਖੁੱਲ੍ਹਦੀ ਹੈ ਤੇ ਫਿਰ ਪਤਾ ਲੱਗਦਾ ਕਿ ਉਹਨੇ ਫਲਾਨੀ ਫਿਲਮ ਦੇ ਸੀਨ ਤੋਂ ਪ੍ਰਭਾਵਿਤ ਹੋ ਕੇ ਉਸ ਵਿੱਚ ਜਿਵੇਂ ਜਿਹੜਾ ਕਾਤਲ ਹੈ ਮਾਰਦਾ ਹੈ ਕਿਸੇ ਨੂੰ, ਉਸ ਸੀਕੁਐਂਸ ਤੋਂ ਪ੍ਰਭਾਵਿਤ ਹੋ ਕੇ ਸਾਰੀਆਂ ਗੱਲਾਂ ਜਿਹੜੀਆਂ ਸੀ ਫੋਲੋ ਕਰਕੇ ਤੇ ਉਵੇਂ ਕਿਸੇ ਦਾ ਕਤਲ ਕਰ ਦਿੱਤਾ। ਹੋ ਸਕਦਾ ਹੈ ਕਿ ਕਿਸੇ ਦੇ ਦਿਮਾਗ 'ਚ ਕਾਢ ਇਸ ਤਰ੍ਹਾਂ ਦੀ ਆਈ ਹੋਵੇ। ਹੁਣ ਕਰੋਨਾ ਦਾ ਦੌਰ ਚੱਲ ਰਿਹਾ, ਕਰੋਨਾ ਬਾਰੇ ਵੀ ਇੱਕ ਫਿਲਮ ਆਈ ਸੀ ਕੰਟੇਜੀਅਨ, ਤੇ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਸੀ ਕਿ ਇੱਕ ਵਾਇਰਸ ਨਿਕਲੇਗਾ, ਇਸ ਤਰ੍ਹਾਂ ਬੇਕਾਬੂ ਹੋਵੇਗਾ, ਫਿਰ ਹੌਲੀ ਹੌਲੀ ਲੋਕਾਂ ਨੂੰ ਸ਼ਾਟ ਲੱਗਣਗੇ ਤੇ ਫਿਰ ਹੌਲੀ ਹੌਲੀ ਕਾਬੂ ਹੇਠ ਆਏਗਾ। ਉਹ ਕਾਫੀ ਮਿਲਦੀ ਜੁਲਦੀ ਇਸ ਨਾਲ ਘਟਨਾ ਸੀ, ਪਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸੇ ਸ਼ਰਾਰਤੀ ਦਿਮਾਗ ਦੀ ਕਾਢ ਇਸੇ ਤਰ੍ਹਾਂ ਹੀ ਸ਼ੁਰੂ ਹੋ ਜਾਵੇਗੀ ਕਿ ਇਸ ਤਰ੍ਹਾਂ ਦਾ ਕੋਈ ਸੌਫਟਵੇਅਰ ਜਾਂ ਕੋਈ ਚੀਜ਼ ਬਣਾ ਦਈਏ ਤੇ ਜਿਹੜਾ ਸਾਰੀ ਦੁਨੀਆ ਦੀ ਜਸੂਸੀ ਕਰੀ ਜਾਵੇ, ਤੇ ਫਿਲਮ ਦੇ ਵਿੱਚ ਉਸਨੇ ਕੋਈ ਸੋਚਿਆ ਹੋਵੇ, ਪਰ ਫਿਲਮੀ ਦੁਨੀਆ ਹੁੰਦੀ ਹੈ ਤੇ ਅਸਲੀਅਤ ਦੇ ਵਿੱਚ ਉਸਨੂੰ ਉਤਾਰਨਾ ਬੜਾ ਮੁਸ਼ਕਲ ਹੈ। ਜੀ, ਤੇ ਕੁਲਦੀਪ ਜੀ, ਹੁਣ ਸੀਰੀਅਸ ਮਾਮਲੇ ਵੱਲ ਆਉਂਦੇ ਹਾਂ, ਸਿਆਸਤ ਵੱਲ, ਉਹ ਵੀ ਪੰਜਾਬ ਦੀ। ਪ੍ਰਸ਼ਾਂਤ ਕਿਸ਼ੋਰ ਦਾ ਨਾਮ ਹਮੇਸ਼ਾ ਚਰਚਾ 'ਚ ਰਹਿੰਦਾ ਹੈ ਤੇ ਇਸ ਵੇਲੇ ਵੀ ਚਰਚਾ ਦੇ ਵਿੱਚ ਹੈ। ਉਹਨਾਂ ਦੇ ਅਸਤੀਫੇ ਦੀ ਚਰਚਾ ਹੈ, ਤੇ ਕਿਆ ਇਸ ਨਾਲ ਪੰਜਾਬ ਸਰਕਾਰ ਨੂੰ ਕੋਈ ਫਰਕ ਪਏਗਾ? ਤੁਸੀਂ ਮੈਨੂੰ ਲੱਗਦਾ ਦਾਇਰਾ ਛੋਟਾ ਕਰ ਲਿਆ ਪਰਵਿੰਦਰ ਜੀ। ਪ੍ਰਸ਼ਾਂਤ ਕਿਸ਼ੋਰ ਦਾ ਦਾਇਰਾ ਜਿਹੜਾ ਹੈ ਉਹ ਤੇ ਪੂਰੇ ਭਾਰਤ ਤੱਕ ਹੈ, ਉਹਦੀ ਪਹੁੰਚ ਦੇਖੋ। ਹਾਂਜੀ, ਬੰਗਾਲ ਦੀ ਖਾੜੀ ਤੋਂ ਲੈ ਕੇ ਮਹਾਰਾਸ਼ਟਰ ਤੇ ਪੰਜਾਬ ਉਹ ਕਦੋਂ ਆਉਂਦੇ ਜਾਂਦੇ ਨੇ ਤੇ ਟ੍ਰਾਇੰਗਲ ਬਣਾ ਲੈਂਦੇ ਨੇ, ਤੇ ਉਹ ਤੇ ਪਤਾ ਨਹੀਂ ਲੱਗਦਾ। ਪ੍ਰਸ਼ਾਂਤ ਕਿਸ਼ੋਰ ਇਸ ਵੇਲੇ ਚਰਚਾ ਦਾ ਵਿਸ਼ਾ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਬੰਗਾਲ ਦੇ ਵਿੱਚ ਉਹਨਾਂ ਨੇ ਮਮਤਾ ਦੀਦੀ ਦੀ ਮਦਦ ਕੀਤੀ ਹੈ ਰਣਨੀਤੀਕਾਰ ਵਜੋਂ, ਤੇ ਚੋਣਾਂ ਜਦੋਂ ਹੋ ਗਈਆਂ, ਜੇ ਚੱਲ ਰਿਹਾ ਸੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ਖਬਰੀ ਦੇ ਦਿੱਤੀ ਕਿ 1 ਰੁਪਏ ਬਦਲੇ ਉਹਨਾਂ ਨੂੰ ਜਿਹੜਾ ਇੱਥੇ ਰੱਖਿਆ ਜਾਵੇਗਾ। ਅੱਛਾ ਕੁਲਦੀਪ ਜੀ, 1 ਰੁਪਈਆ ਸੱਚੀ ਮੁੱਚੀ 1 ਰੁਪਈਆ ਲੈਂਦੇ ਨੇ ਕਿ ਬਾਕੀ ਸਹੂਲਤਾਂ ਵੀ ਤਾਂ ਹੁੰਦੀਆਂ, ਉੱਤੇ ਖਰਚਾ ਵੀ ਹੁੰਦਾ? ਇਹ ਪ੍ਰਸ਼ਾਂਤ ਕਿਸ਼ੋਰ ਜਾਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਨੇ। ਸਹੂਲਤਾਂ ਤੇ ਡੈਫੀਨੇਟਲੀ ਹੋਣਗੀਆਂ, ਉਹਨਾਂ ਨੂੰ ਬੇਸਿਕਲੀ ਇੱਕ ਮੰਤਰੀ ਦੇ ਬਰਾਬਰ ਦਾ ਦਰਜਾ ਜਿਹੜਾ ਸੀ ਉਹ ਮਿਲੇਗਾ। ਪਰ ਹੁਣ ਇੱਥੇ ਪੰਜਾਬ ਵਿੱਚ ਸਮੀਕਰਨ ਜੋ ਜਿਵੇਂ ਬਣਨੇ ਨੇ ਆਉਣ ਵਾਲੇ ਮਹੀਨਿਆਂ 'ਚ, ਉਹਦੀ ਬਾਅਦ 'ਚ ਗੱਲ ਕਰਦੇ ਹਾਂ। ਪਰ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਹੋਰ ਕਿੱਥੇ ਕੀ ਕੀਤਾ ਇਸ ਸਮੇਂ ਦੇ ਦੌਰਾਨ ਬੰਗਾਲ ਦੀਆਂ ਚੋਣਾਂ ਮੁੱਕਣ ਤੋਂ ਬਾਅਦ, ਉਹਦਾ ਜ਼ਿਕਰ ਥੋੜ੍ਹਾ ਜਿਹਾ ਕਰਦੇ ਹਾਂ। ਪ੍ਰਸ਼ਾਂਤ ਕਿਸ਼ੋਰ ਨੇ ਇੱਕ ਤਾਂ ਕਹਿ ਦਿੱਤਾ ਕਿ ਚੋਣ ਰਣਨੀਤੀਕਾਰ ਵਜੋਂ ਮੇਰਾ ਹੁਣ ਕੈਰੀਅਰ ਖਤਮ ਹੈ, ਮੈਂ ਹੁਣ ਇਹ ਕੰਮ ਦੁਬਾਰਾ ਨਹੀਂ ਕਰਨਾ। ਫਿਰ ਹੋਰ ਕਿਹੜਾ ਕੰਮ ਕਰਨਾ ਸੀ? ਸਿਆਸਤ 'ਚ ਆਉਣ ਦੀ ਜਿਹੜੀ ਉਹ ਪਹਿਲਾਂ ਆ ਚੁੱਕੇ ਨੇ, ਉਹ ਨਿਤਿਸ਼ ਕੁਮਾਰ ਦੀ ਪਾਰਟੀ ਦੇ ਵਿੱਚ ਰਹਿ ਚੁੱਕੇ ਨੇ, ਤੇ ਵਿਰੋਧੀ ਧਿਰ ਉਹਨਾਂ ਦੇ ਘਰ ਤੇ ਬੁਲਡੋਜ਼ਰ ਚਲਵਾ ਚੁੱਕੀ ਹੈ ਇੱਕ ਵਾਰੀ ਇਸੇ ਮਾਮਲੇ 'ਚ। ਹੁਣ ਪ੍ਰਸ਼ਾਂਤ ਕਿਸ਼ੋਰ ਦੁਬਾਰਾ ਸਟਰੋਂਗ ਹੋ ਕੇ ਆ ਰਹੇ ਨੇ, ਤੇ ਮੁੰਬਈ ਦੀਆਂ ਗੇੜੀਆਂ ਮਹਾਨਗਰੀ ਦੀਆਂ ਉਹਨੇ ਬਹੁਤ ਲਈਆਂ ਨੇ, ਮਾਇਆ ਨਗਰੀ ਦੀਆਂ। ਮੁੰਬਈ ਦੇ ਵਿੱਚ ਉਹਨਾਂ ਨੇ ਸ਼ਰਦ ਪਵਾਰ ਤੇ ਹੋਰਨਾਂ ਆਗੂਆਂ ਨਾਲ ਮੀਟਿੰਗਾਂ ਕਈ ਕੀਤੀਆਂ ਨੇ, ਤੇ ਤੀਜਾ ਜਾਂ ਚੌਥਾ ਫਰੰਟ ਉਭਾਰਨ ਦੇ ਯਤਨਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਇੱਕ ਅਹਿਮ ਕਿਰਦਾਰ ਵਜੋਂ ਉੱਭਰਦੇ ਹੋਏ ਨਜ਼ਰ ਆਏ ਨੇ।
ਪ੍ਰਸ਼ਾਂਤ ਕਿਸ਼ੋਰ ਕਿੰਨਾ ਕੁ ਕਾਮਯਾਬ ਹੋਏ ਨੇ ਇਸ ਦਾ ਅੰਦਾਜ਼ਾ ਤੁਸੀਂ ਇੱਕ ਬਿਆਨ ਤੋਂ ਹੀ ਲਾ ਸਕਦੇ, ਜਿੱਥੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਜੇ ਤੀਜੇ ਚੌਥੇ ਗੱਠਜੋੜ ਲਈ ਢੁੱਕਵਾਂ ਸਮਾਂ ਨਹੀਂ, ਥਾਂ ਦੀ ਨਹੀਂ ਉਹਨਾਂ ਨੇ ਗੱਲ ਕੀਤੀ, ਢੁੱਕਵਾਂ ਸਮਾਂ ਨਹੀਂ। ਤੇ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਅਜੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਤੇ ਖਲੋਣ ਲਈ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਜੋ ਅਜੇ ਕੋਲ ਉਹਨਾਂ ਕੋਲੋਂ ਹੈ ਨਹੀਂ। ਸੋ ਉਹ ਮਿਲੇ ਨੇ ਸਾਰਿਆਂ ਨੂੰ। ਤੇ ਪੰਜਾਬ ਜਦੋਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਹੁਣ ਚੋਣ ਰਣਨੀਤੀਕਾਰ ਵਜੋਂ ਕੰਮ ਨਹੀਂ ਕਰਨਾ ਤੇ ਪੰਜਾਬ ਵਿੱਚ ਉਹਨਾਂ ਨੂੰ ਸਲਾਹਕਾਰ ਵਜੋਂ ਰੱਖਣਾ, ਇਹ ਸਮਝ ਨਹੀਂ ਸੀ ਆ ਰਹੀ ਕਿ ਇੱਕ ਬਿਹਾਰੀ ਬਾਬੂ ਪੰਜਾਬ ਦੇ ਵਿੱਚ ਜੋ ਇੱਥੇ ਦੇ ਅਫਸਰ ਵੀ ਨਹੀਂ ਜਾਂ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਵਿੱਚ ਕਿਹੜੇ ਮੁੱਦੇ ਤੇ ਕਿਵੇਂ ਕੀ ਕੰਮ ਕਰਨਾ ਹੈ, ਉਹ ਤੇ ਚੋਣ ਰਣਨੀਤੀਕਾਰ ਨੇ, ਉਹਨਾਂ ਦਾ ਕੀ ਕੰਮ ਹੋ ਸਕਦਾ, ਉਹ ਸਮਝ ਨਹੀਂ ਸੀ ਆਉਂਦਾ। ਹੁਣ ਉਹਨਾਂ ਦਾ ਹੁਣ ਅਸਤੀਫਾ ਦੇ ਦੇਣਾ ਇਹ ਕਈ ਗੱਲਾਂ ਵੱਲ ਇਸ਼ਾਰੇ ਕਰਦਾ। ਉਹ ਕਿਹੜੀਆਂ ਗੱਲਾਂ ਹੋ ਸਕਦੀਆਂ? ਨੰਬਰ 1 ਤਾਂ ਇਹ ਆ ਕਿ ਲਿਆਂਦਾ ਤੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੀ ਤੇ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜਿਹੜਾ ਉਹ ਅਹਿਮ ਭੂਮਿਕਾ ਉਹਨਾਂ ਨੇ ਨਿਭਾਈ ਹੈ। ਤੇ ਕੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੈਰਾਂ ਤੇ ਆਪ ਘੋੜਾ ਮਾਰ ਲਿਆ ਤੇ ਜਾਂ ਉਸ ਹੁਣ ਘਟਨਾਕ੍ਰਮ ਤੋਂ ਬਾਅਦ ਜਦੋਂ ਸਿੱਧੂ ਪ੍ਰਧਾਨ ਬਣ ਗਏ ਨੇ ਜਿਸ ਪ੍ਰਤੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਰਾਜੀ ਨਹੀਂ ਸੀ ਤੇ ਰਾਜੀ ਉਹਨਾਂ ਨੂੰ ਹੋਣਾ ਪਿਆ ਤੇ ਸਿੱਧੂ ਨੂੰ ਮੁਆਫੀ ਵੀ ਨਹੀਂ ਮੰਗਣੀ ਪਈ ਤੇ ਕੈਪਟਨ ਸਾਹਿਬ ਨੂੰ ਸਹੁੰ ਚੁੱਕ ਨਹੀਂ ਉਹਨਾਂ ਦੇ ਸਨਮਾਨ ਸਮਾਰੋਹ ਜਾਂ ਜੋ ਵੀ ਉਹਨਾਂ ਨੂੰ ਤਾਜਪੋਸ਼ੀ ਹਾਂਜੀ ਉਸ ਦਾ ਤਾਜਪੋਸ਼ੀ ਸਮਾਗਮ ਦੇ ਵਿੱਚ ਆਉਣਾ ਪੈ ਗਿਆ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕੀ ਉਹਨਾਂ ਨੂੰ ਸਲਾਹਕਾਰ ਵਜੋਂ ਇੰਨੀ ਅਹਿਮੀਅਤ ਦੇ ਰਹੇ ਸੀ ਹੁਣ ਦਿਨਾਂ ਦੇ ਵਿੱਚ ਕਿ ਉਹ ਪ੍ਰਸ਼ਾਂਤ ਕਿਸ਼ੋਰ ਇੱਥੇ ਕੰਮ ਕਰ ਸਕਦੇ? ਦੋ ਹੀ ਪਹਿਲੂ ਹੋ ਸਕਦੇ ਨੇ। ਇੱਕ ਤੇ ਇਹ ਕਿ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਅੰਦਰ ਖਾਤੇ ਉਹਨਾਂ ਤੋਂ ਰਿਜ਼ਾਈਨ ਲੈ ਲਿਆ ਕਿ ਤੁਸੀਂ ਭਾਈ ਹੁਣ ਛੁੱਟੀ ਕਰੋ, ਇੱਕ ਵਾਰੀ ਤੁਸੀਂ ਇੱਕ ਜਣੇ ਨੂੰ ਮੇਰੇ ਸਿਰ ਤੇ ਬਿਠਾ ਦਿੱਤਾ ਨਵਜੋਤ ਸਿੱਧੂ ਨੂੰ ਤੇ ਮੈਨੂੰ ਹੋਰ ਤੁਹਾਡੀ ਸਲਾਹ ਨਹੀਂ ਚਾਹੀਦੀ ਤੇ ਚੋਣਾਂ ਅਸੀਂ ਆਪੇ ਹੀ ਲੜਾਂਗੇ, ਘਾਟੇ 'ਚ ਲੜੀਏ ਵਾਧੇ 'ਚ ਲੜੀਏ, ਤੁਸੀਂ ਹੁਣ ਜਾ ਸਕਦੇ ਹੋ। ਇੱਕ ਤੇ ਇਹ ਸੂਰਤ ਹੈ। ਦੂਜੀ ਸੂਰਤ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਆਪਣੇ ਪਹਿਲਾਂ ਕੀਤੇ ਹੋਏ ਵਾਅਦੇ ਤੇ ਖਲੋ ਗਏ ਨੇ ਤੇ ਉਸ ਵਿੱਚ ਉਹਨਾਂ ਨੇ ਇੱਕ ਜੋ ਕਿਹਾ ਹੋਇਆ ਸੀ ਕਿ ਮੈਂ ਹੁਣ ਚੋਣ ਰਣਨੀਤੀਕਾਰ ਵਜੋਂ ਮੇਰੀ ਆਖਰੀ ਚੋਣ ਹੈ ਤੇ ਉਹ ਹੁਣ ਉਹਨੂੰ ਛੱਡ ਕੇ ਤੇ ਸਰਗਰਮ ਸਿਆਸਤ ਵੱਲ ਆਉਣ ਦਾ ਯਤਨ ਕਰ ਰਹੇ ਨੇ। ਸਰਗਰਮ ਸਿਆਸਤ ਕਿਹੜੀ ਹੈ? ਰਾਹੁਲ ਗਾਂਧੀ ਨੇ ਤਾਂ ਕੁਝ ਦਿਨ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਇੱਕ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਹੁਣ ਇੱਕ ਚੀਜ਼ ਸਮਝੋ, ਉਹ ਕਾਂਗਰਸ ਦਾ ਹਿੱਸਾ ਨੇ। ਜੇ ਉਹ ਆਉਂਦੇ ਨੇ ਤੇ ਕੀ ਉਹ ਕਿਸ ਕੈਪੈਸਿਟੀ ਦੇ ਵਿੱਚ ਆਉਂਦੇ ਨੇ? ਜੇ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਲਹਿਰ ਜੀ ਬਣਾ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਦੀ, ਤੇ ਕੀ ਰਾਜਸਥਾਨ ਜਾਂ ਹੋਰ ਯੂਪੀ ਦੇ ਵਿੱਚ ਜਿੱਥੇ ਜਿੱਥੇ ਗਾਂਹ ਚੋਣਾਂ ਵੀ ਹੋਣੀਆਂ ਨੇ ਕਿ ਉੱਥੇ ਕੋਈ ਇਸ ਤਰ੍ਹਾਂ ਦਾ ਮੁਹਾਜ਼ ਖੜਾ ਕਰ ਸਕਣਗੇ ਤੇ ਕਾਂਗਰਸ ਨੂੰ ਕੋਈ ਨਵੀਂ ਰੂਹ ਫੂਕ ਸਕਣਗੇ? ਕਿਤੇ ਰਾਹੁਲ ਗਾਂਧੀ ਨੂੰ ਤਾਂ ਨਹੀਂ ਚੈਲੰਜ ਕਰਨ ਵਾਲੇ ਉਹ, ਜੋ ਲੱਗਦਾ ਨਹੀਂ। ਪਰ ਰਾਹੁਲ ਗਾਂਧੀ ਦੀ ਗਰੂਮਿੰਗ ਵਾਸਤੇ ਇਹ ਬਦਕਿਸਮਤੀ ਦੀ ਗੱਲ ਹੈ ਕਿ ਉਮਰ ਦੇ ਇਸ ਪੜਾਅ ਵਿੱਚ ਵੀ ਆ ਕੇ ਅਜੇ ਉਹਨਾਂ ਦੀ ਗਰੂਮਿੰਗ ਹੀ ਚੱਲ ਰਹੀ ਹੈ, ਉਹ ਤਿਆਰ ਹੋ ਰਹੇ ਨੇ, ਪੋਲਿਸ਼ ਹੋ ਰਹੇ ਨੇ। ਪਰ ਕੀ ਪ੍ਰਸ਼ਾਂਤ ਕਿਸ਼ੋਰ ਉਸ ਲਾਈਨ ਤੇ ਚੱਲ ਰਹੇ ਨੇ? ਇਹ ਦੂਜੀ ਸੂਰਤ ਜਿਹੜੀ ਹੈ ਜ਼ਿਆਦਾ ਵਾਜਬ ਜਾਪਦੀ ਹੈ ਕਿ ਉਹ ਇੱਧਰੋਂ ਉਹਨਾਂ ਨੇ ਪੰਜਾਬ 'ਚ ਛੁੱਟੀ ਲੈ ਲਈ ਕਿ ਪੰਜਾਬ ਵਿੱਚ ਅਸੀਂ ਹੁਣ ਜਿਹੜੀ ਚਾਲ ਵੱਡੀ ਖੇਲਣੀ ਸੀ ਉਹ ਖੇਡ ਦਿੱਤੀ ਹੈ ਤੇ ਚਾਲ ਤੋਂ ਬਾਅਦ ਹੁਣ ਪੰਜਾਬੀਆਂ ਦਾ ਕੰਮ ਹੈ ਤੇ ਕਾਂਗਰਸ ਦੀ ਲੀਡਰਸ਼ਿਪ ਦਾ ਕੰਮ ਹੈ ਤੇ ਸਾਡੀ ਹੁਣ ਵਾਰੀ ਜਿਹੜੀ ਹੈ ਦਿੱਲੀ ਦੇ ਵਿੱਚ ਹੈ ਤੇ ਦਿੱਲੀ ਦਰਬਾਰ ਵੱਲ ਧਿਆਨ ਕਰੀਏ ਤੇ ਉੱਥੇ ਕੋਈ ਵੱਡੀ ਚਾਲ ਇਹੋ ਜਿਹੀ ਚੱਲੀਏ ਜਿਸ ਦੇ ਨਾਲ ਸਾਰੇ ਜਿਹੜੇ ਸੀ ਉਹ ਪਾਸੇ ਪਲਟ ਜਾਣ। ਇਹ ਦੋ ਮੁੱਦੇ ਹੋ ਸਕਦੇ ਜੀ। ਤੇ ਕੁਲਦੀਪ ਜੀ, ਪ੍ਰਸ਼ਾਂਤ ਕਿਸ਼ੋਰ ਦੀ ਕਹਾਣੀ ਤਾਂ ਤੁਸੀਂ ਦੱਸ ਦਿੱਤੀ ਤੇ ਹੁਣ ਇਹੋ ਜਿਹੀ ਕਹਾਣੀ ਤੁਹਾਡੇ ਨਾਲ ਅਸੀਂ ਪਾਉਣੀ ਚਾਹੁੰਦੇ ਹਾਂ ਬਈ ਜਿਹੜੀ ਆਮ ਲੋਕਾਂ ਨਾਲ ਜੁੜੀ ਹੈ, ਖਾਸ ਤੌਰ ਤੇ ਔਰਤਾਂ ਦੇ ਨਾਲ। ਔਰਤਾਂ ਜਿੱਥੇ ਸੇਲ ਲੱਗੀ ਹੋਵੇ ਉੱਥੇ ਬੜੀ ਵੱਡੀ ਗਿਣਤੀ 'ਚ ਪਹੁੰਚ ਜਾਂਦੀਆਂ ਨੇ, ਪਰ ਫਗਵਾੜਾ ਦੇ ਵਿੱਚ ਨਾ ਸਸਤੇ ਸੂਟਾਂ ਨੇ ਕਿਹੜੀ ਪਸੂੜੀ ਪਾਈ ਹੈ ਤੇ ਇਹ ਸਾਰਾ ਮਾਮਲਾ ਕੀ ਹੈ, ਇਹਦੇ ਬਾਰੇ ਦੱਸ ਦਿਓ। ਫਗਵਾੜੇ ਦੇ ਵਿੱਚ ਇੱਕ ਕੋਈ ਮਸ਼ਹੂਰ ਦੁਕਾਨ ਹੈ, ਮੈਂ ਨਾਮ ਨਹੀਂ ਹੁਣ ਲਵਾਂਗਾ ਇੱਥੇ ਜੀ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਸਵੇਰੇ ਤੜਕਸਾਰ ਅਸੀਂ ਸੇਲ ਲਾਉਣੀ ਹੈ ਜੀ ਤੇ ਉਸ ਸੇਲ ਦੇ ਵਿੱਚ 5000 ਵਾਲਾ ਜਿਹੜਾ ਸੂਟ ਹੈ 300 ਕੁਛ ਰੁਪਏ ਦਾ ਜਿਹੜਾ ਅਸੀਂ ਦੇਵਾਂਗੇ ਜੀ। ਉਸ ਵਾਸਤੇ 700 ਟੋਕਨ ਉਹਨਾਂ ਨੇ ਦੇ ਦਿੱਤਾ ਜੀ ਤੇ ਪਰ ਲਾਈਨਾਂ ਲੱਗ ਗਈਆਂ ਜੀ, ਸਵਖਤੇ ਹੀ ਲਾਈਨਾਂ ਕਹਿੰਦੇ ਲੱਗ ਗਈਆਂ ਉੱਥੇ। ਰਾਤ ਨੂੰ ਹੀ ਕਈ ਲੋਕ ਪਹੁੰਚ ਗਏ। ਫਗਵਾੜਾ ਦੁਆਬੇ ਦਾ ਸ਼ਹਿਰ ਹੈ ਜੀ, ਦੁਆਬੇ ਦੇ ਸ਼ਹਿਰ ਦੇ ਵਿੱਚ ਮਾਨਸਾ ਤੇ ਸੰਗਰੂਰ ਤੋਂ ਵੀ ਪਰਿਵਾਰ ਜਿਹੜੇ ਸੀ ਸੂਟ ਲੈਣ ਵਾਸਤੇ ਪਹੁੰਚ ਗਏ, ਇੰਨੀ ਦੂਰੋਂ ਜੀ। ਹਾਂਜੀ, ਤੇ ਡੀਜ਼ਲ ਤੇ ਪੈਟਰੋਲ ਦਾ ਰੇਟ ਤੇ ਦੇਖੋ ਕਿੰਨਾ ਹੈ ਤੇ ਕਿੰਨੇ ਕੁ ਸੂਟ ਉਹਨਾਂ ਨੇ ਖਰੀਦਣੇ ਸਨ। ਪਰ ਸੂਟਾਂ ਦੀ ਕਿੰਨੀ ਅਹਿਮੀਅਤ ਹੈ ਅੱਜ ਵੀ, ਇਸ ਗੱਲ ਦਾ ਸਬੂਤ ਉਦੋਂ ਮਿਲਿਆ ਜਦੋਂ ਉੱਥੇ ਅੱਧਾ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ। ਲਾਈਨਾਂ ਲੱਗੀਆਂ ਤੇ ਫਿਰ ਦੁਕਾਨ ਵਾਲਿਆਂ ਨੂੰ ਫਿਕਰ ਪਿਆ, ਲੋਕ ਅੰਦਰ ਜਦੋਂ ਵੜੇ ਸੇਲ ਸ਼ੁਰੂ ਹੋਈ, ਸੂਟ ਉਹਨਾਂ ਨੇ ਦਿੱਤੇ ਤੇ ਸੂਟ 100 ਤੋਂ ਵੀ ਘੱਟ ਦਿੱਤੇ ਉਹਨਾਂ ਨੇ ਤੇ ਉਹਨਾਂ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ।
ਹੁਣ ਜਿਹੜੇ ਇੰਨੀ ਦੂਰੋਂ ਆਏ ਹੋਏ ਸੀ ਉਹਨਾਂ ਨੇ ਕੋਈ ਤਾਂ ਕੁਝ ਕਰਨਾ ਸੀ ਜੀ ਉਹਨਾਂ ਨੇ ਸੜਕ ਤੇ ਧਰਨਾ ਲਾ ਲਿਆ ਅੱਛਾ ਜੀ ਸੂਟਾਂ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ ਜੀ ਕਿ ਸਾਡੇ ਨਾਲ ਧੋਖਾ ਹੋਇਆ ਜੀ। ਤੇ ਦੁਕਾਨਦਾਰ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਸਸਤੇ ਸੂਟ ਮਿਲਣ ਮਤਲਬ ਸਸਤੇ ਜਿਹੜਾ ਇਨਸਾਫ ਹੈ ਉਹ ਦਵਾਇਆ ਜਾਵੇ। ਜੀ ਇਨਸਾਫ ਦਾ ਤਕਾਜ਼ਾ ਤਾਂ ਹੈ। ਜੀ ਜੇ ਹੁਣ ਤੁਸੀਂ ਦੇਖਦੇ ਹੋ ਕਈ ਦੁਕਾਨਾਂ ਤੁਸੀਂ ਇਹੋ ਜਿਹੀਆਂ ਵੇਖ ਸਕਦੇ ਹੋ, ਤੁਸੀਂ ਇੱਕ ਦਿਨ ਵੀਡੀਓ ਬਣਾ ਲਓ, ਜੀ ਹਫਤੇ ਬਾਅਦ ਬਣਾ ਲਓ, ਜੀ 2 ਹਫ਼ਤੇ ਬਾਅਦ ਬਣਾ ਲਓ, 3 ਬਾਅਦ ਬਣਾ ਲਓ, 6 ਮਹੀਨੇ ਬਾਅਦ ਬਣਾ ਲਓ, ਜੀ ਸਾਲ ਬਾਅਦ ਬਣਾ ਲਓ, 60% ਸੇਲ ਦਾ ਸਾਈਨ ਪੱਕਾ ਹੀ ਬਾਹਰ ਰੱਖਿਆ ਹੁੰਦਾ ਜੀ ਤੇ ਜਾ ਕੇ ਅੰਦਰ ਪੁੱਛੋ ਕਿ ਤੁਸੀਂ ਰੱਖਿਆ, ਉਹ ਤੇ ਵੈਸੇ ਹੀ ਰੱਖਿਆ ਜੀ। ਇਹਦੇ ਵਿੱਚ ਬੇਨਿਯਮੀਆਂ ਤਾਂ ਬਹੁਤ ਨੇ, ਜੀ ਓਲਾ ਵੀ ਬਹੁਤ ਹੈ। ਜੀ ਖਾਸ ਤੌਰ ਤੇ ਜੋ ਬੀਬੀਆਂ ਦੇ ਪਹਿਨਣ ਵਾਲੇ ਕੱਪੜੇ ਨੇ ਜੀ ਉਸ ਦੇ ਵਿੱਚ ਕੋਈ ਉਹ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਇਸ ਦੀ ਪ੍ਰੋਡਕਸ਼ਨ ਇਸ ਹਿਸਾਬ ਨਾਲ ਨਹੀਂ ਕਰਦੀਆਂ ਕਿ ਬ੍ਰਾਂਡ ਨੇਮ ਦੇ ਤਹਿਤ ਉਹਨਾਂ ਨੂੰ ਵੇਚਿਆ ਜਾਵੇ। ਥੋੜੇ ਕੁ ਬ੍ਰਾਂਡ ਹਨ ਜੀ ਪਰ ਓਵਰਆਲ ਜਿਹੜੀ ਜ਼ਿਆਦਾਤਰ ਸਿਚੁਏਸ਼ਨ ਹੈ ਉਹ ਕੋਈ ਲੋਕਲ ਬ੍ਰਾਂਡਸ ਨੇ ਜਿਨ੍ਹਾਂ ਦੇ ਟੈਕਸ ਦਾ ਮਾਮਲਾ, ਹੋਰ ਚੀਜ਼ਾਂ ਦਾ ਮਾਮਲਾ, ਉਸ ਬਾਰੇ ਜੋ ਉਸ ਦੀ ਰੇਟ ਲਿਸਟ ਦਾ ਮਾਮਲਾ ਉਹ ਕਲੀਅਰ ਨਹੀਂ ਹੁੰਦਾ ਜੀ ਤੇ ਇਸ ਦੇ ਵਿੱਚ ਓਲਾ ਬਹੁਤ ਹੈ। ਹੁਣ ਇੰਨੀ ਦੂਰੋਂ ਆਏ ਉਹਨਾਂ ਨੂੰ ਜਿਹੜਾ ਲੋਕਾਂ ਨੂੰ ਮਾਯੂਸੀ ਹੋਈ, ਨਮੋਸ਼ੀ ਹੋਈ, ਜਾਣਾ ਪਿਆ, ਖੱਜਲ ਖੁਆਰ ਹੋਏ, ਖਾਧਾ ਪੀਤਾ ਵੀ ਹੋਵੇਗਾ ਬਾਹਰੋਂ, ਬਿਮਾਰ ਠਮਾਰ ਵੀ ਹੋਣਗੇ ਕਈ, ਜੀ ਪਰ ਉੱਥੇ ਰੌਲਾ ਰੱਪਾ ਅਖੀਰ ਇੰਨਾ ਪੈ ਗਿਆ ਕਿ ਐਸਐਸਪੀ ਨੂੰ ਮੌਕੇ ਤੇ ਪਹੁੰਚ ਕੇ ਜਿਹੜਾ ਸੀ ਬਚ ਬਚਾ ਕਰਨਾ ਪਿਆ ਤੇ ਉਹਨਾਂ ਨੇ ਕੇਸ ਦਰਜ ਕਰਨ ਦੀ ਜਿਹੜੀ ਉਹਨਾਂ ਨੇ ਵਾਅਦਾ ਦਿੱਤਾ ਜੀ ਕਿ ਇਸ ਦੁਕਾਨਦਾਰ ਤੇ ਇਹਨਾਂ ਦੇ ਸਾਥੀਆਂ ਦੇ ਖਿਲਾਫ ਜਿਨ੍ਹਾਂ ਨੇ ਸੇਲ ਲਾਈ ਹੋਈ ਸੀ ਅਸੀਂ ਕੇਸ ਦਰਜ ਕਰਾਂਗੇ, ਜਾਂਚ ਕਰਕੇ ਫਿਰ ਅਗਲੀ ਕਾਰਵਾਈ ਕਰਾਂਗੇ ਤੇ ਬਣਦਾ ਇਨਸਾਫ ਜਿਹੜਾ ਉਹ ਦਵਾਵਾਂਗੇ ਤੁਹਾਨੂੰ। ਤੇ ਇਹ ਪਤਾ ਨਹੀਂ ਇਨਸਾਫ ਦੇ ਤੌਰ ਤੇ ਉਹਨਾਂ ਨੂੰ ਕੋਈ ਭੱਤਾ ਮਿਲੇਗਾ ਜਾਂ ਸੂਟ ਮਿਲੇਗਾ ਤੇ ਫਿਰ ਕਿੰਨੇ ਕੁ ਲੋਕ ਲੈਣ ਜਾਂ ਜਿੰਨੇ ਉੱਥੇ ਆਏ ਸੀ ਉਹਨਾਂ ਦੀ ਵੀ ਰਜਿਸਟ੍ਰੇਸ਼ਨ ਹੋਈ ਕਿ ਨਹੀਂ ਹੋਈ ਤੇ ਫਿਰ ਉਹ ਜਾਮ ਚੁੱਕਿਆ ਤੇ ਫਿਰ ਸਿਚੁਏਸ਼ਨ ਤੋਂ ਜਾਨ ਛੁੱਟੀ ਹੈ। ਤੇ ਮਤਲਬ ਇਸ ਖਬਰ ਤੋਂ ਸਾਨੂੰ ਇਹ ਫਾਇਦਾ ਹੋਇਆ ਕਿ ਅਗਲੀ ਵਾਰੀ ਸੇਲ ਦੇ ਭੁਲੇਖੇ 'ਚ ਨਹੀਂ ਆਉਣਾ ਤੇ ਇੰਨੀ ਦੂਰ ਵੀ ਨਹੀਂ ਜਾਣਾ। ਬਿਲਕੁਲ ਜੀ। ਤੇ ਕੁਲਦੀਪ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਇੱਥੇ ਹੀ ਸਮੇਟਦੇ ਹਾਂ ਕਿਉਂਕਿ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ। ਇਸੇ ਤਰ੍ਹਾਂ ਪੰਜਾਬੀ ਨੈਸ਼ਨਲ ਟੀਵੀ ਤੇ ਅਗਲੇ ਨਵੇਂ ਮੁੱਦਿਆਂ ਨਾਲ ਫਿਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।